ਧੰਨ ਵਾਖੇ ਗੁਰੂ ਧੰਨ ਵਾਖੇ ਗੁਰੂ ਸਾਹਿਬ ਜੀਓ ਰਤੇ ਛੇ ਜੇ ਮੁਖ ਨਾ ਮੋੜਨ ਜਿਨੀ ਸਿਆਤਾ ਸਾਈ ਝੜ ਝੜ ਪੰਦੇ ਕੱਚੇ ਬਿਰਖੀ ਜਿਨਾ ਕਾਰ ਨ ਆਈ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਜੈ ਜਾਵੰਤੀ ਮਹੱਲਾ ਨੌਵਾਂ ਰੇ ਮਨ ਕੌਣ ਗਤ ਹੋਏ ਹੈ ਤੇਰੀ ਇਹ ਜਗ ਮਹਿ ਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ ਵਿਖਿਆਨ ਸਿਉ ਅਤ ਲੁਭਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹ ਨਿਮਖ ਕੀਨ ਤਾਰਾ ਸੁਖ ਭਇਓ ਦੀਨ ਅਗਹੁ ਪਰੀ ਬੇਰੀ ਨਾਨਕ ਜਨ ਕਹੈ ਪੁਕਾਰ ਸੁਪਨੈ ਜਿਉ ਜਗ ਪਸਾਰ ਸਿਮਰਤ ਨਹ ਕਿਉ ਮੁਰਾਰ ਮਾਇਆ ਜਾ ਕੀ ਚੇਰੀ ਨਾਨਕ ਜਨ ਕਹੈ ਪੁਕਾਰ ਸੁਪਨੈ ਜਿਉ ਜਗ ਪਸਾਰ ਸਿਮਰਤ ਨਹ ਕਿਉ ਮੁਰਾਰ ਮਾਇਆ ਜਾ ਕੀ ਚੇਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਜੀ ਦੇ ਸ਼ਹਾਦਤ ਵਾਲੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖਜ਼ੂਰੀ ਅੰਦਰ
ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਔਰ ਸਤਿਗੁਰਾਂ ਦੇ ਨਾਲ ਅੱਜ ਜੋ 3 ਸਿੱਖ ਸ਼ਹਾਦਤ ਦਾ ਜਾਮ ਪੀ ਗਏ, ਉਹਨਾਂ ਦੀ ਸ਼ਹਾਦਤ ਨੂੰ ਹਰ ਸਾਲ ਆਪ ਗੁਰੂ ਸਵਾਰੇ ਯਾਦ ਕਰਦੇ ਹੋ ਔਰ ਅੱਜ ਵੀ ਸੰਧਿਆ ਦੇ ਦੀਵਾਨ ਹਜ਼ੂਰ ਔਰ ਉਹਨਾਂ ਦੇ ਗੁਰਸਿੱਖਾਂ ਨੂੰ ਸਮਰਪਿਤ ਨੇ। ਸਤਿਗੁਰਾਂ ਦਾ ਅੰਮ੍ਰਿਤ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਰਾਮਦਾਸ ਜੀ ਦੇ ਕੀਰਤਨੀਏ 3 ਸਾਜ਼ ਵਰਤ ਰਹੇ ਸਨ। ਇੱਕ ਤਾਉਸ, ਦਿਲਰੁਬਾ ਤੇ ਤੀਸਰੀ ਰਬਾਬ। ਜਿਹੜਾ ਤਾਉ ਰਬਾਬ ਹੈ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਵਜਾਇਆ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਸਤਰ ਇੱਕ ਤੁਕ ਸਿੱਖਾਂ ਦੀ ਜਿਹੜੀ ਨਾਮਾਵਲੀ ਹੈ ਉਸ ਵਿੱਚ ਭਾਈ ਮਰਦਾਨਾ ਜੀ ਦੇ ਬਾਰੇ ਲਿਖਿਆ ਹੈ। ਭਾਈ ਸਾਹਿਬ ਲਿਖਦੇ ਆ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੇਰਾਸੀ। ਇੱਕ ਸਤਰ ਇਸ ਸੰਬੰਧ ਵਿੱਚ ਹੈ। ਇੱਕ ਆਪ ਹੋਰ ਪੜ੍ਹਦੇ ਹੋ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਪਰ ਆ ਜਿਹੜੀ ਸਤਰ ਹੈ, ਭਲਾ ਰਬਾਬ ਵਜਾਏਂਦਾ, ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਿਤਨੇ ਸਿੱਖ ਹੋਏ ਨੇ ਨਾਮਾਵਰ। ਇੱਥੇ ਨਾਮਾਵਰ ਦਾ ਅਰਥ ਪੈਸੇ ਕਰਕੇ ਨਹੀਂ, ਜਿਹਨਾਂ ਦੀ ਸ਼ਖਸੀਅਤ, ਜਿਹੜੇ ਸ਼ਬਦ ਵਿੱਚ ਓਤ ਪੋਤ ਗੁਰ ਪ੍ਰਸਾਦ ਦੇ ਪਾਤਰ ਸਨ, ਉਹਨਾਂ ਦੇ ਨਾਵਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ ਹੈ। ਉਸ ਵਿੱਚ ਭਾਈ ਸਾਹਿਬ ਬਾਰੇ ਲਿਖਦੇ ਆ, ਭਾਈ ਮਰਦਾਨਾ ਜੀ ਦੇ ਪੰਜਾਬੀ ਦੇ ਸ਼ਬਦ ਨੇ ਸੌਖੇ ਕਿ ਭਾਈ ਮਰਦਾਨਾ ਜੀ ਬੜਾ ਭਲਾ ਹੈ, ਬੜੀ ਸੋਹਣੀ ਰਬਾਬ ਵਜਾਉਂਦੇ ਨੇ। ਇੱਥੇ ਮਜਲਿਸ ਦਾ ਲਫ਼ਜ਼ੀ ਅਰਥ ਕਰਾਂਗੇ ਸਤ ਸੰਗਤ, ਉਹ ਸਮੂਹ ਜਿੱਥੇ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ। ਭਲਾ ਰਬਾਬ ਵਜਾਏਂਦਾ ਮਜਲਿਸ ਮਰਦਾਨਾ ਮੇਰਾਸੀ। ਮੇਰਾਸੀ ਸ਼ਬਦ ਅਰਬੀ ਦੇ ਮਿਰਾਸ ਸ਼ਬਦ ਤੋਂ ਬਣਿਆ ਹੈ। ਇਹਦਾ ਅਰਥ ਹੁੰਦਾ ਇਕੱਠਾ ਕਰਨਾ, ਯਾਦ ਕਰਨਾ। ਉਸ ਨੂੰ ਮਿਰਾਸੀ ਕਿਹਾ ਜਾਂਦਾ ਸੀ, ਜਿਹੜਾ ਆਪਣੇ ਜ਼ਿਹਨ ਵਿੱਚ ਆਪਣੇ ਜਜਮਾਨ ਦੀਆਂ ਕਈ ਪਿਛੋਕੜੀਆਂ ਪੀੜ੍ਹੀਆਂ ਨੂੰ ਯਾਦ ਰੱਖਦਾ ਹੁੰਦਾ। ਉਹਨੂੰ ਮਿਰਾਸ ਤੋਂ ਸ਼ਬਦ ਬਣਿਆ ਮਿਰਾਸੀ, ਰਬਾਬ ਤੋਂ ਬਣਿਆ ਰਬਾਬੀ। ਇਸ ਦੀ ਵਰਤੋਂ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਉਸ ਤੋਂ ਬਾਅਦ ਜਿਹੜਾ ਤਾਉਸ ਹੈ, ਅਸਲ 'ਚ ਤਾਉਸ ਸ਼ਬਦ ਜਿਹੜਾ ਹੈ ਇਹ ਅਰਬੀ ਦਾ ਹੈ। ਦੇਖਿਆ ਪਿੱਛੇ ਖੰਭ ਸਨ ਨਾ, ਇਹ ਕਿਉਂ ਨੇ ਖੰਭ? ਤਾਉਸ ਦਾ ਲਫ਼ਜ਼ੀ ਅਰਥ ਹੀ ਅਰਬੀ ਵਿੱਚ ਮੋਰ ਹੁੰਦਾ ਹੈ। ਇਹ ਮੈਂ ਤਾਂ ਮੇਰਾ ਵਿਸ਼ਾ ਨਹੀਂ ਹੈਗਾ ਕੋਈ ਕੀਰਤਨ ਦਾ। ਤਾਉਸ ਸੀ ਜਦੋਂ ਵੱਜ ਰਿਹਾ, ਉੱਕੇ ਸ਼ਕਲ ਮੋਰ ਦੀ ਸੀ, ਪਿੱਛੇ ਪੰਖ ਸਨ। ਤਾਉਸ ਦਾ ਲਫ਼ਜ਼ੀ ਅਰਥ ਮੋਰ ਹੈ ਤੇ ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਆਪ ਇਹ ਸਾਜ਼ ਵਜਾਉਂਦੇ ਹੁੰਦੇ, ਕਿਵੇਂ ਸਤਿਗੁਰੂ। ਉਸ ਤੋਂ ਬਾਅਦ ਅਸੀਂ ਦਿਲਰੁਬਾ ਤੇ ਨਾਲ ਤਬਲਾ ਵੱਜ ਰਿਹਾ ਸੀ। ਇਹ ਤੰਤੀ ਸਾਜ਼ਾਂ ਨਾਲ ਕੀਰਤਨ ਆਪ ਜੀ ਨੇ ਸਰਵਣ ਕੀਤਾ। ਆਪਾਂ ਕੱਲ ਸੁਬਾਹ ਤੋਂ ਇਸ ਅਸਥਾਨ ਤੇ ਵਿਚਾਰ ਸ਼ੁਰੂ ਕੀਤੀ ਤੇ ਇਸ ਵਾਰੀ ਮਨ 'ਚ ਇੱਕ ਸੀ ਕਿ ਜਿਵੇਂ ਗੁਰੂ ਰਾਮਦਾਸ ਜੀ ਦੇ ਪੁਰਬ ਤੇ ਨਿਰੰਤਰ ਕਥਾ ਹਜ਼ੂਰ ਬਖਸ਼ਿਸ਼ ਕਰਕੇ ਕਰਾਉਂਦੇ ਆ, ਆਪ ਸੇਵਾ ਲੈਂਦੇ ਆ, ਐਤਕੀ ਸਾਰੇ ਦੀਵਾਨ ਉਸ ਪਵਿੱਤਰ ਅਸਥਾਨ ਤੇ ਕੀਤੇ ਜਾਣ ਜਿੱਥੇ ਸਤਿਗੁਰਾਂ ਦਾ ਪਵਿੱਤਰ ਰਕਤ ਡੁੱਲਿਆ ਹੈ, ਗੁਰਦੁਆਰਾ ਸੀਸਗੰਜ। ਤੇ ਤਜਰਬਾ ਬਹੁਤ ਹੀ ਚੰਗਾ ਰਿਹਾ ਸਾਡਾ। ਤੇ ਫਿਰ ਮਨ ਸੀ, ਭਾਵਾਂ ਕਿ ਬਾਣੀ ਮੈਂ ਸਵੇਰੇ ਵੀ ਕਿਹਾ, ਜਿੱਥੋਂ ਵੀ ਪੜੋਗੇ ਇਹ ਸਕੂਨ ਦੇਗੀ। ਪਰ ਮਨ ਸੀ ਹਜ਼ੂਰ ਦਾ ਸ਼ਹਾਦਤ ਵਾਲਾ ਦਿਨ ਹੈ, ਚਲੋ ਭਾਵੇਂ ਅਸੀਂ ਪੁਰਬ ਵੀ ਕਹਿੰਦੇ ਹਾਂ, ਸ਼ਹੀਦੀਪੁਰ, ਕੋਈ ਤੇ ਤਰਕ ਨਹੀਂ। ਉਂਝ ਵੈਸੇ ਭਾਈ ਕਾਹਨ ਸਿੰਘ ਕਹਿੰਦੇ ਆ, ਪੁਰਬ ਹੁੰਦਾ ਹੈ ਆਗਮਨ ਤੇ ਪੁਰਬ ਹੁੰਦਾ ਹੈ ਗੁਰਗੱਦੀ।
ਸ਼ਹਾਦਤ ਵਾਲਾ ਦਿਹਾੜਾ ਹੁੰਦਾ। ਇਹ ਸ਼ਹੀਦੀ ਦਿਵਸ ਹੈ ਅੱਜ ਸਤਿਗੁਰਾਂ ਦਾ। ਉਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫਿਰ ਮਨ ਸੀ ਵੀ 4 ਸ਼ਬਦ ਜੈਜਾਵੰਤੀ ਰਾਗ ਦੇ ਨੇ ਤੇ ਸਵੇਰ ਔਰ ਅੱਜ ਸੰਧਿਆ ਦੇ ਦੀਵਾਨ ਸਮੇਤ 4 ਸਾਡੇ ਕੋਲ ਦੀਵਾਨ ਨੇ। ਤੇ ਮੈਂ ਸਵੇਰੇ ਕਿਹਾ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਨਿਚੋੜ ਪੜ੍ਹਨਾ ਹੈ, 59 ਸ਼ਬਦ ਨੇ ਨਾ, 55 ਸ਼ਬਦਾਂ ਦਾ ਜੇ ਤੱਤ ਪੜ੍ਹਨਾ ਹੈ ਨਾ, ਬਸ ਆ 4 ਸ਼ਬਦ ਪੜ੍ਹ ਲਓ, ਸਾਰਾ ਤੱਤ ਇਹਦੇ ਵਿੱਚ ਹੈ। ਜੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਦੇਖਣਾ ਹੈ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਪੜ੍ਹ ਲਓ, ਸਾਰਾ ਨਿਚੋੜ ਉਹਦੇ ਵਿੱਚ ਹੈ। ਆਓ 2 ਸ਼ਬਦ ਆਪਾਂ ਵਿਚਾਰ ਚੁੱਕੇ ਹਾਂ। ਤੀਸਰੇ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਭਾਵਾਂ ਮੈਂ ਇਤਿਹਾਸ ਸੰਬੰਧੀ ਵੀ ਜ਼ਰੂਰ ਬੇਨਤੀ ਕਰਾਂਗਾ, ਪਰ ਮੇਰੀ ਇੱਕ ਬੇਨਤੀ ਹੈ ਆਪ ਸਮੂਹ ਸੰਗਤ ਨੂੰ, ਯਾਦ ਰੱਖੋ ਕੇਵਲ ਸ਼ਰੀਰਾਂ ਦੇ ਬਲ ਨਹੀਂ ਲੜਦੇ ਹੁੰਦੇ, ਕੇਵਲ ਜੁੱਸੇ ਮੋਟੇ ਤਾਜੇ ਨਹੀਂ ਲੜਦੇ ਹੁੰਦੇ। ਭਾਈ ਬਚਿੱਤਰ ਸਿੰਘ ਦਾ ਕੱਦ ਬਿਲਕੁਲ ਛੋਟਾ ਸੀ, 7 ਤਵੀਆਂ ਪਾੜ ਕੇ ਰੱਖ ਦਿੱਤੀਆਂ। ਉਹ ਕਿਹੜੀ ਸ਼ਕਤੀ ਹੈ ਕਿ ਜਿਹੜੀ ਆਰੇ ਦੇ ਦੰਦਿਆਂ ਤੋਂ ਵੀ ਨਹੀਂ ਮਰੀ। ਉਹ ਬੋਲ ਤਾਂ ਢਾਂਚਾ ਟੁੱਟਣ ਤੋਂ ਬਾਅਦ ਵੀ ਜਪਜੀ ਸਾਹਿਬ ਦੇ ਨਿਕਲਦੇ ਪਏ। ਉਹ ਗੁਰਬਾਣੀ ਹੈ, ਕਿਉਂਕਿ ਜਿੰਨਾ ਆਪ ਜੀ ਬਾਣੀ ਨਾਲ ਜੁੜੋਗੇ ਉਨੀ ਆਪ ਨੂੰ ਬਖਸ਼ਿਸ਼ ਮਿਲੇਗੀ। ਆਓ ਕੁਛ ਮੈਂ ਇਸ ਸੰਬੰਧੀ ਬੇਨਤੀਆਂ ਕਰਾਂਗਾ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹੋ, ਕਿਉਂਕਿ ਦੇਸ਼ ਵਿਦੇਸ਼ ਸੰਗਤ 2 ਦਿਨਾਂ ਤੋਂ ਸੁਣ ਰਹੀ ਹੈ, ਮੈਸੇਜ ਵੀ ਮਿਲੇ ਆ। ਆਪ ਜਿਤਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਬੈਠੇ ਹੋ ਨਾ, ਇਹ ਕੇਵਲ ਵਿਖਾਵੇ ਮਾਤਰ ਨਹੀਂ, ਇਸ ਧਰਤੀ ਤੇ ਡੁੱਲੇ ਹੋਏ ਖੂਨ ਨੇ ਹਿੰਦੁਸਤਾਨ ਦੀ ਹਿਸਟਰੀ ਬਦਲ ਕੇ ਰੱਖ ਦਿੱਤੀ। ਛੋਟੀ ਜਿਹੀ ਗੱਲ ਨਹੀਂ, ਬੜੀ ਵੱਡੀ ਪੈਗੰਬਰ ਦਾ ਖੂਨ ਡੁੱਲਣਾ, ਇਸ ਧਰਤੀ ਤੇ ਡੁੱਲਣਾ। ਉਸ ਸਤਿਗੁਰੂ ਜੀ ਦੇ ਉਸ ਸਾਕੇ ਨੂੰ ਹਿਰਦੇ 'ਚ ਰੱਖਦੇ ਹੋਏ ਆਪ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਿਰਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ। ਇਹ ਜਿਹੜੇ ਅਸੀਂ ਸਤਿਗੁਰੂ ਜੀ ਦੇ ਸ਼ਬਦ ਰੋਜ਼ ਪੜ੍ਹਨੇ ਆ, ਆਪ ਜੀ ਕੋਈ ਵੀ ਬਾਣੀ ਪੜ੍ਹ ਦੇਖੋ, ਇਹ ਬਾਣੀ ਪੜ੍ਹਨ ਨਾਲ ਸਾਡੇ ਜੀਵਨ 'ਚ ਪਲਟਾ ਕਿਵੇਂ ਆ ਸਕਦਾ। ਇਸ ਗੱਲ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ ਫੁਨਹੇ ਦੇ ਵਿੱਚ, ਜਿਹੜੇ ਗੁਰਮੁਖ ਸਹਿਜ ਪਾਠ ਕਰਦੇ ਨੂੰ ਪਤਾ ਹੈ ਫੁਨੇ ਮਹੱਲਾ 5ਵਾਂ ਹੁੰਦਾ ਹੈ, ਜਿਹਦੇ ਵਿੱਚ ਤੁਸੀਂ ਪੜ੍ਹਦੇ ਹੋ ਡਿੱਠੇ ਸਭੇ ਥਾਵ ਨਹੀਂ ਤੁਧ। ਉਹਦੇ ਵਿੱਚ ਇੱਕ ਫੁਨਾ ਹੈ। ਉਂਝ ਵੈਸੇ ਫੁਨ ਦਾ ਲਫ਼ਜ਼ੀ ਅਰਥ ਹੁੰਦਾ ਦੁਬਾਰਾ, ਇੱਕ ਛੰਦ ਦੀ ਚਾਲ ਹੈ। ਜਦੋਂ ਵਾਰ-ਵਾਰ ਲਫ਼ਜ਼ ਆਉਂਦਾ ਨਾ, ਖਰ ਖਾਂ ਖਰ ਖਾਂ ਖਰ ਖਾਂ, ਇਹਦਾ ਮਤਲਬ ਉਹ ਛੰਦ ਵਿੱਚ ਲਫ਼ਜ਼ ਜਿਹੜੇ ਨੇ ਰਿਪੀਟ ਹੋ ਰਹੇ ਨੇ, ਇਸ ਕਰਕੇ ਫੁਨੇ ਹੈ। ਉਸ ਫੁਨੇ ਵਿੱਚ ਹਜ਼ੂਰ ਦਾ ਇੱਕ ਬਚਨ ਹੈ, ਆਪਾਂ ਉਸ ਨੂੰ ਦੇਖਾਂਗੇ। ਉਹ ਬਚਨ ਹੈ ਮਿਤ ਕਾ ਚਿਤ ਅਨੂਪ ਮਰਮ ਨਾ ਜਾਣੀਏ, ਗਾਹਕ ਗੁਣੀ ਅਪਾਰ ਸੋ ਤਤ ਪਛਾਨੀਏ। ਚਿੱਤ ਹੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਹਰ ਹਾਂ ਚੰਚਲ ਚੋਰਹਿ ਮਾਰ ਤਾਂ ਪਾਵੈ ਸੱਚ ਧਣਾ। 4 ਬਚਨ ਅਸੀਂ ਪੜ੍ਹੇ ਆ ਤੇ ਇਹਦੇ ਅਰਥ ਥੋੜੇ ਜਿਹੇ। ਮਿੱਤ ਦਾ ਲਫ਼ਜ਼ੀ ਅਰਥ ਆਪ ਜਾਣਦੇ ਹੋ, ਮਿੱਤਰ। ਮਿੱਤ ਦਾ ਅਰਥ ਮਿੱਤਰ। ਉਂਝ ਮਿੱਤ ਦਾ ਅਰਥ ਮਿਣਤੀ ਵੀ ਆਇਆ, ਤੁਮਰੀ ਗਤ ਮਿੱਤ ਤੁਮ ਹੀ ਜਾਣੀ। ਮਿੱਤ ਕਾ ਚਿੱਤ ਅਨੂਪ, ਇਹਦਾ ਅਰਥ ਮੇਰੇ ਮਿੱਤਰ ਦਾ ਚਿੱਤ ਉਪਮਾ ਤੋਂ ਰਹਿਤ ਹੈ ਤੇ ਉਸ ਦੇ ਭੇਦ ਨੂੰ ਕੋਈ ਵੀ ਨਹੀਂ ਜਾਣ ਸਕਦਾ। ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ, ਉਹਦੇ ਮਰਮ ਨੂੰ, ਉਹਦੇ ਭੇਦ ਨੂੰ ਜਾਂ ਉਹਦਾ ਥਾਂ ਕੋਈ ਨਹੀਂ ਪਾ ਸਕਦਾ। ਪਰ ਨਾਲ ਕਿਹਾ ਗਾਹਕ ਗੁਣੀ ਅਪਾਰ, ਜਿਹੜੇ ਗੁਣਾਂ ਦੇ ਗ੍ਰਾਹਕ ਨੇ, ਜਿਹੜੇ ਰੂਹਾਨੀਅਤ ਨੂੰ ਕਮਾਉਣ ਵਾਲੇ ਨੇ, ਉਹਨਾਂ ਨੇ ਉਸ ਤੱਤ ਨੂੰ ਪਹਿਚਾਨ ਲਿਆ। ਤੱਤ ਦਾ ਅਰਥ ਆਪਾਂ ਪਰਮੇਸ਼ਵਰ ਕਰਾਂਗੇ।
ਗਾਹਕ ਗੁਣੀ ਅਪਾਰ ਸੋ ਤਤ ਪਛਾਨੀਐ, ਚਿੱਤੈ ਚਿੱਤ ਸਮਾਏ। ਇਹ ਯਾਦ ਰੱਖਿਓ, ਦੋ ਸ਼ਬਦ ਨੇ, ਚਿੱਤੈ, ਪਹਿਲੇ ਚਿੱਤੈ ਦੇ ਖਾਹੇ ਨੂੰ ਸਿਹਾਰੀ ਲੱਗੀ ਹੈ, ਅੱਗੇ ਹੈ ਚਿੱਤ। ਇਹਦਾ ਮਤਲਬ ਜਦੋਂ ਆਪਣੇ ਚਿੱਤ ਨੂੰ ਆਪਣੇ ਉਸ ਪਿਆਰੇ ਦੇ ਚਿੱਤ ਵੀ ਸਮਾ ਦੇਗਾ, ਮਿਲਾ ਦੇਗਾ। ਚਿੱਤੈ ਚਿੱਤ ਸਮਾਏ, ਹਾਲਾਂਕਿ ਬਾਣੀ 'ਚ ਇੱਕ ਵਾਰੀ ਆਉਂਦਾ, ਜਿਵੇਂ ਚਿੱਤ ਆਵੈ ਉਸ ਪਾਰ ਬ੍ਰਹਮ। ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ, ਏਕ ਚਿੱਤ ਜਾਂ ਇੱਕ ਛਿਨ ਧਿਆਇਓ। ਜਾਂ ਆਪ ਜੀ ਖੋਰ ਬੜੇ ਪੜ੍ਹਦੇ ਹੋ ਬਚਨ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਇੱਥੇ ਦੋ ਵਾਰੀ ਹੈ, ਚਿੱਤੈ ਚਿੱਤ ਸਮਾਏ ਤਾਂ ਹੋਵੈ ਰੰਗ ਘਣਾ। ਯਾਦ ਰੱਖਿਓ, ਅਰਥ ਹੋ ਸਕਦਾ ਸਭ ਦੇ ਮਿਲਣਾ ਇੱਕੋ ਜਿਹਾ। ਆਪਣੇ ਚਿੱਤ ਨੂੰ ਉਸ ਆਪਣੇ ਮਿੱਤਰ ਦੇ ਚਿੱਤ ਵਿੱਚ ਮਿਲਾ ਦੇਂ, ਤੇਰੇ ਅੰਦਰ ਨਾਮ ਦਾ ਘਣਾ ਰੰਗ ਚੜ ਜਾਏਗਾ, ਪ੍ਰੇਮ ਤੇਰੇ ਅੰਦਰ ਪੈਦਾ ਹੋਵੇਗਾ। ਇਹ ਬੜੀ ਵੱਡੀ ਬਾਤ ਕਹਿ ਦਿੱਤੀ। ਮੈਂ ਆਪ ਨੂੰ ਬੇਨਤੀ ਕਰਾਂ ਕਿ ਇਸ ਸੰਸਾਰ ਵਿੱਚ ਅਣਗਿਣਤ ਲੋਕ ਨੇ, ਪਰ ਜਿਨ੍ਹਾਂ ਲੋਕਾਂ ਨਾਲ ਸਾਡੇ ਚਿੱਤ ਜੁੜੇ ਨੇ ਨਾ, ਯਾਦ ਰੱਖਿਓ, ਜਿਨ੍ਹਾਂ ਨਾਲ ਸਾਡਾ ਚਿੱਤ ਜੁੜਿਆ, ਉਹ ਸਥਾਨਕ ਦੂਰੀ ਹੋਣ ਦੇ ਬਾਵਜੂਦ ਵੀ ਸਾਡੀ ਬਾਡੀ ਨੂੰ ਪ੍ਰਭਾਵਿਤ ਕਰਦੇ ਆ। ਫਿਰ ਲਫ਼ਜ਼, ਭਾਵੇਂ ਉਹ ਸਾਡੇ ਤੋਂ ਦੂਰ ਨੇ, ਜਿਹਦੇ ਨਾਲ ਚਿੱਤ ਜੁੜਿਆ ਉਹਦੇ ਸਰੀਰ ਤੇ ਜੋ ਕੁਝ ਵਾਪਰੇਗਾ, ਭਾਵੇਂ ਸਾਡੇ ਸਰੀਰ ਤੇ ਕੁਝ ਵੀ ਨਾ ਵਾਪਰੇ, ਪਰ ਜਿਹਦੇ ਨਾਲ ਚਿੱਤ ਜੁੜਿਆ ਉਹਦਾ ਦੁੱਖ ਵੀ, ਉਹਦਾ ਸੁੱਖ ਵੀ, ਉਹਦਾ ਮਾਣ ਵੀ, ਉਹਦਾ ਅਪਮਾਨ ਵੀ ਸਾਡੇ ਤੁਰ ਅੰਦਰ ਸੁਰਤ ਉੱਤੇ ਅਸਰ ਜ਼ਰੂਰ ਕਰੇਗਾ, ਕਿਉਂਕਿ ਚਿੱਤ ਉਹਦੇ ਨਾਲ ਜੁੜਿਆ। ਤੇ ਜਿਹਦੇ ਨਾਲ ਚਿੱਤ ਹੀ ਨਹੀਂ ਜੁੜਿਆ, ਫਿਰ ਬੇਨਤੀ ਹੈ ਕਿ ਆਪ ਇੱਥੇ ਬੈਠੇ ਹੋ, ਆਪ ਦੇ ਪਰਿਵਾਰ ਮਿੱਤਰ ਸੱਜਣ ਰਿਸ਼ਤੇਦਾਰ ਦੂਰ ਬੈਠੇ ਹੋਣ, ਆਪ ਠੀਕ ਹੋ, ਘਰ ਵੀ ਸੁੱਖ ਹੈ, ਮੰਨ ਲਓ ਕੋਈ ਖਬਰ ਦੁਖਦਾਈ ਮਿਲਦੀ ਏ ਤੇ ਇੱਕੋ ਦਮ ਸਾਡੇ ਅੰਦਰ ਨੂੰ ਚਿੱਤ ਨੂੰ ਪ੍ਰਭਾਵਿਤ ਕਰਦੀ ਹੈ, ਤਨ ਨੂੰ ਪ੍ਰਭਾਵਿਤ ਕਰਦੀ ਹੈ। ਤੇ ਜੇ ਇਹ ਦੁਖਦਾਈ ਖਬਰ ਸਾਨੂੰ ਸ਼ਹਿਰ ਵਿੱਚ ਮਿਲੇ, ਇੰਨਾ ਪ੍ਰਭਾਵਿਤ ਕਿਉਂ ਨਹੀਂ ਕਰਦੀ? ਕਿਉਂਕਿ ਜਿਹਦੇ ਉੱਤੇ ਉਹ ਘਟਨਾ ਵਾਪਰੀ ਉਹਦੇ ਨਾਲ ਸਾਡਾ ਸੰਬੰਧ ਹੀ ਕੋਈ ਨਹੀਂ। ਜਿਹਦੇ ਨਾਲ ਚਿੱਤ ਜੁੜਿਆ ਹੋਵੇਗਾ, ਉਹਦਾ ਦੁੱਖ, ਉਹਦਾ ਸੁੱਖ, ਉਹਦਾ ਗੁਣ, ਉਹਦਾ ਔਗਣ, ਹਰ ਚੀਜ਼ ਸਾਡੇ ਚਿੱਤ ਨੂੰ ਪ੍ਰਭਾਵਿਤ ਕਰੇਗੀ। ਗੁਰਮੁਖੋ ਯਾਦ ਰੱਖਿਓ, ਚਿੱਤੈ ਚਿੱਤ ਸਮਾਏ। ਪਰਮਾਤਮਾ ਦਾ, ਗੁਰੂ ਦਾ ਚਿੱਤ ਗੁਰੂ ਕੀ ਬਾਣੀ ਹੈ। ਤੂੰ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਸਮਾ ਦੇ, ਇਹਦੇ ਚਿੱਤ ਦੀ ਸਾਰੀ ਰੂਹਾਨੀਅਤ ਤੇਰੇ ਚਿੱਤ ਵਿੱਚ ਪ੍ਰਵੇਸ਼ ਕਰ ਜਾਏਗੀ। ਫਿਰ ਬੇਨਤੀ ਸੁਣਿਓ, ਚਿੱਤੈ ਚਿੱਤ ਸਮਾਏ। ਉਂਝ ਟੀਕਾਕਾਰਾਂ ਨੇ ਅਰਥ ਪਰਮਾਤਮਾ ਕੀਤੇ ਆ, ਪਰਮਾਤਮਾ ਦਾ ਚਿੱਤ। ਇਹ ਗੁਰਮੁਖ ਰੂ ਅਰਥ ਕਰਦੇ ਆ ਆਪਣੇ ਅੰਦਰ ਨੂੰ, ਖਿਆਲ ਹੀ ਨਹੀਂ ਨਾ ਜੀ, ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਸਮਾ ਦੇ। ਪਰ ਇਹ ਵੀ ਬਖਸ਼ਿਸ਼ ਹੋਵੇ ਤਾਂ ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ। ਤੇਰੇ ਅੰਦਰ ਘਣਾ ਪਰਮਾਤਮਾ ਲਈ ਰੰਗ ਪ੍ਰੇਮ ਪੈਦਾ ਹੋ ਜਾਏਗਾ। ਮੈਂ ਇਸ ਕਰਕੇ ਆਪਾਂ ਇੱਥੇ ਵਿਚਾਰ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਕੋਲ ਅੱਜ ਵੀ ਇੱਥੇ ਮੌਜੂਦ ਨੇ। ਇਮੋਸ਼ਨਲ ਨਹੀਂ ਕੇਵਲ। ਇਸ ਬੇਨਤੀ ਨੂੰ ਸੁਣਿਓ, ਜਿਹੜੀ ਰੂਹਾਨੀਅਤ ਹੈ, ਇੱਕ ਤਾਂ ਹੈ ਸਾਡਾ ਪੱਖ ਹਿਸਟਰੀ ਪੱਖੋਂ ਕਿ 1621 ਨੂੰ ਜਨਮ ਹੋਇਆ, 1664 ਨੂੰ ਗੁਰਗੱਦੀ ਤੇ ਆਏ, 1675 ਨੂੰ ਸ਼ਹੀਦ ਹੋ ਗਏ। ਇਹ ਤਵਾਰੀਖ ਹੈ ਦ੍ਰਿਸ਼ਟਮਾਨ ਦੀ। ਇੱਕ ਉਹ ਗੁਰੂ ਦਾ ਰੂਪ ਹੈ ਜਿਹੜਾ ਤਨ ਤੋਂ ਬਹੁਤ ਉੱਪਰ ਹੈ। ਉਹਦੇ ਉੱਤੇ ਇਤਿਹਾਸ ਕਾਲ ਕੁਝ ਵੀ ਅਸਰ ਨਹੀਂ ਕਰਦਾ। ਸਮਾਂ ਬੀਤਣ ਤੋਂ ਬਾਅਦ ਵੀ ਗੁਰੂ ਦੀ ਮੌਜੂਦਗੀ ਰਹਿੰਦੀ ਹੈ। ਉਹਨੂੰ ਆਪਾਂ ਕਹਿੰਦੇ ਆ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਪਰ ਆਪਾਂ ਸ਼ਹਾਦਤ ਜਾਏ ਵਾਲੀ ਕਰ ਰਹੇ ਹਾਂ ਨਾ। ਇਹ ਸੰਸਾਰ ਦਾ ਇੱਕ ਐਸਾ ਜਿਹਾ ਉਹਨੇ ਵਰਤਾਰਾ ਵਰਤਾਇਆ। ਸਤਿਗੁਰੂ ਗੁਰੂ ਤੇਗ ਬਹਾਦਰ ਦਾ ਚਿੱਤ ਕੀ ਹੈ? ਆਪ ਸਤਿਗੁਰਾਂ ਨੇ ਕਿਹਾ, ਗੁਰਮੁਖੋ ਉਹ ਸ਼ਬਦ ਹੈ ਭੱਟ ਚਾਂਦ ਜੀ ਦਾ। ਕਈਆਂ ਸੱਜਣਾ ਨੇ ਉਸ ਬਾਰੇ ਹਿਸਟੋਰੀਅਨ ਲਿਖਦੇ ਨੇ ਭੱਟ ਕੇਸੋ ਦਾ। ਆ ਜਿਹੜਾ ਬਚਨ ਹੈ ਨਾ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ ਨਾ। ਉੱਥੇ ਫਿਰ ਹਜ਼ੂਰ ਅੱਗੇ ਹੋਰ ਵੀ ਕਲੀਅਰ ਕਰਦੇ ਆ ਵੀ ਚਰਨ ਕਮਲ ਕੀ ਨੇ, ਕਿਉਂਕਿ ਇਹ ਭੱਟ ਜੀ ਦੇ ਬਚਨ ਨੇ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ। ਸ਼ਬਦ ਦੁਆਰਾ ਇਸ ਮਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਖੋੜਨ ਦਾ ਅਰਥ ਆਪਾਂ ਸਮਝਦੇ ਰੋਕਣਾ। ਇਹ ਭੱਜਦੇ ਕੋ ਨੂੰ ਟਿਕਾਣਾ। ਗੁਰ ਸ਼ਬਦੀ ਇਹ ਮਨ ਹੋੜੀਐ,
महाराज कहते ने बाह जिन्हां दी पकड़ी है सिर दीजै बाह ना छोड़िए। गुरमुखो बड़ी वड्डी गल है कि सिर दे देना पर बाह ना छड्डनी है, केवल गुरु तेग बहादुर सच्चा पातशाह। मैं तां क्या इस सतगुरु दे जीवन लीला नूं सिर्फ 1675 तक व्याख्या ना करिए, जिन्नी देर तक ये धरती का टुकड़ा है जिदी बाह गुरु तेग बहादुर पकड़ेगा उदी बाह कदी छड्डेगा नहीं। महाराज कह रहे ने चित चरण कमल का आसरा चित चरण कमल संग जोड़िए, मन लोचे बुराइयां गुर शब्दी ए मन होड़िए, बाह जिन्ना दी पकड़िए। इत्थे लफ्ज जिन्ना वरत्या हिंदू नहीं वरत्या, क्योंकि जिन्ना शब्द बड़ा विशाल है। जेड़ा जिन्नी शब्द कहे जिन शब्द कहे जिन्ना शब्द ही तीन बाणी चाहुंदे ने, ये इन्ना विशाल शब्द कहे ये जात नूं नस्ल नूं धर्म की जिहड़ी संप्रदाय हर दीवार तोड़ देंदा है। महाराज ने इत्थे जदों आप पाठ कर दी तो सिखां दा जिक्र करदे ने, जो सास गिरास ते आए मेरा हर हर सो गुर सिख गुरु मन भावे। सिख बारे क्या उत्थे एक शब्द वरदिया जिन्नी नाम ध्याया, इहदा मतलब अज तक जिन्ना ने भी जपिया है, वो दूसरे मत विच भी हो सकते हैं। फिर बेनती है जिन्नी नाम ध्याया, जहां 12 माच पढ़ जो जिन जिन नाम ध्याया तिनके काश सरे। जिन्नी इन्ना विशाल शब्द है, ये सारे संसार दे रूहानी बंदियां दी कमाई आ जाती है, सारे संसार दे। महाराज ने शब्द वरत्या भट्ट जी ने, कहन लगे बाह जिन्ना दी पकड़िए जिन्ना दी भी। पर याद रखियो जदों गुरु बाह पकड़न ते आउंदा है ना, वो ना गुण वेखदा ते ना औगण वेखदा। इस करके ने भी साडी बाह बड़ा वड्डा कमाल दा डूंगा शब्द है बाह पकड़ना। मैं एक बार आप जी नूं शायद इत्थे अर्ज कीती सी, असीं कहने गुरु दी उंगल पकड़ लो कहने ना, ते महाराज दी बाणी च ज्यादा शब्द बाह पकड़न दा ही आउंदा है कि गुरु जी तुसीं बाह पकड़ लो, असीं उंगल पकड़ांगे। मान लो निक्के बच्चे ने, ये बजुर्ग नाल इत्थे आए जां किसे इकट्ठ वाली थां च गए, बजुर्ग दी इन्हां उंगल पकड़ ली, उस बजुर्ग दी उंगल विच समर्था है पर पकड़न वाले दियां पकड़ विच असमर्थता है। उहदे कोल इन्नी जबरदस्त पकड़ नहीं, उहदे छोटे छोटे बच्चे दे हत्थ ने, वह पकड़ भी लै अपने वल्लों घुट के पिछों धक्का वजे ते ओहदी पकड़ छुट जाती है। ते जे बजुर्ग बच्चे दी बांह घुट के पकड़ लै धक्का वजे तां भी नहीं छुटदी। आ बांह पकड़न दी गल कही मारे ने उत्थे। गुरमुखो साडी बुद्धि उंगल पकड़ेगी गुरु दी, सच एवे किते वासना दा धक्का पेगा, साडी मत कमजोर है ये छुट जाएगी। पर जदों गुरु तेग बहादुर बांह पकड़ेगा ना, जिन्ने मर्जी धक्के वजदे रहन गुरु कदी बांह नहीं छड्डदा हुंदा। इस करके गुरु साहब ने शब्द वरते ना इत्थे, भट्ट जी ने गुरु साहब बारे, क्योंकि महाराज दे मुख तो बुला रहे बांह जिन्हां दी पकड़ी है। ते गुरु ग्रंथ साहब च एक बचन आउंदा है, बांह पकड़ ठाकुर हो किद्दी मेरा गुण अवगण ना विचारिया। जदों बांह पकड़ ली गुण अवगण काहदा। दूसरी गल एक तुसीं होर पाठ कर दिओ, भूले मार्ग जिन्हें बताया ना, ਉਹਦੇ ਵਿੱਚ ਇੱਕ ਤੁਕ ਹੁੰਦੀ ਹੈ, ਅਗਨ ਸਾਗਰ ਬੂੜਤ ਸੰਸਾਰਾ ਨਾਨਕ ਬਾਹ ਪਕੜ। ਵੇਖੋ ਬਾਹ ਪਕੜ ਲਈ ਜੀ, ਜਦੋਂ ਗੁਰੂ ਬਾਹ ਪਕੜਦਾ ਨਾ ਉਦੋਂ ਦੁਨੀਆ ਦਾ ਇਤਿਹਾਸ ਪਲਟ ਕੇ ਰੱਖ ਜਾਂਦਾ। ਮੈਨੂੰ ਇੱਕ ਸਾਖੀ ਇੱਥੇ ਛੋਟੀ ਜੀ ਘਟਨਾ ਹੈ, ਉਹਨੇ ਅਰਥ ਮੈਂ ਕਰਨੇ ਇਸੇ ਸ਼ਬਦ ਦੀ ਨੇ। ਜਦੋਂ ਭਾਈ ਮਰਦਾਨਾ ਜੀ ਨੂੰ ਪਕੜ ਲਿਆ ਨਾ ਜੀ ਕੌਡੇ ਨੇ ਭਾਈ ਸਾਹਿਬ ਨੂੰ, ਉਹਨਾਂ ਨੇ ਫਿਰ ਆਪਣੇ ਮੁਰਸ਼ਿਦ ਸਤਿਗੁਰਾਂ ਨੂੰ ਯਾਦ ਕੀਤਾ। ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਹੈ ਕਿ ਦੂਸਰੇ ਸਾਥੀ ਭਾਈ ਬਾਲਾ ਦਾ ਜ਼ਿਕਰ ਕਰਦੇ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ। ਤੇ ਮਹਾਰਾਜ ਕਹਿਣ ਲੱਗੇ ਵੀ ਸਾਨੂੰ ਨਾ ਮਰਦਾਨਾ ਜੀ ਯਾਦ ਪੈ ਕਰਦੇ ਨੇ, ਅਸੀਂ ਚੱਲਣਾ ਉਹਦੇ ਕੋਲ। ਤੇ ਅੱਗੋਂ ਭਾਈ ਸਾਹਿਬ ਕਹਿੰਦੇ ਆ ਮਹਾਰਾਜ ਜੀ ਉਹ ਜਦੋਂ ਮਰਜੀ ਆਉਂਦਾ ਰੁੱਸ ਜਾਂਦੇ ਨੇ, ਪਰ ਉਹਦਾ ਰੋਸਾ याद रखो इस तरह से जिवें पानी दे उत्ते लकीर है, कईयां दा रोसा इस तरह हुंदा है जिवें पत्थर दे उत्ते लकीर है। फर्क है ना, पत्थर ते लकीर पा दे उहने मिटना नहीं। अब बच्चियां दा रोसा जिहड़ा ये पत्थर ते लकीर थोड़ा है, जदों शरीक बन जाण ते पत्थर ते लकीर दी तरह रुसदे आ। निक्का न्याणा किन्नी वारी मां नाल रोज रुसदा है ते शाम नूं फिर गलवकड़ी पा लैंदा, ओहदा रोसा पानी ते खिंची हुई लकीर है।
आई ते मिट गए। उत्थे महाराज जी ने नूं कहंदे ने महाराज ये रुस जांदे ने, रहण दिओ हुण जिथे फसिया फसिया रहिंदे हो। सतगुरु दे शब्द सुनने वाले ने कहंदे ने बाला भुजा गहे की लाजा, भुजा दा अर्थ है बांह, जिहदी मैं बांह पकड़ ला मैं पकड़ दी लाज रखना हुना। वो किस तरह दा ये मैटर नहीं। बाला भुजा गहे की लाजा, पुन अपना है उस संकाजा, निता प्रति रबाब बजावे, कर संगीत वो मोए रजावे, रोज कीर्तन सुनांदा है, मेरी सुरत नूं खेड़े विचों सहायक हुंदा है गा के, जिहदी मैं बांह पकड़ ला ना मैं इत्थे छाना ते ना मैं उत्थे छड़दा। एक गल याद रखियो, गुरु जदों बांह पकड़दे ने ना जी, मैं फिर बेनती करो दी पकड़ तां जमदूत भी नहीं छड़ा सकदे, वो पकड़ ऐसी है। हजूर सच्चे पातशाह गुरु तेग बहादुर साहब फिर कहंदे मन किवें टिके, गुर शब्दी ये मन खोड़ीए। ਇਹਦਾ ਕਾਰਨ ਕੀ, मैं शायद कल इत्थे सुबह अर्ज कीती सी, इत्थे ही हुण आपां फिर दोबारा रिपीट कर देना। सब तो तेज, सब तो रफ्तार तेज किहदी है? लाइट दी है ना। कल मैं क्या शायद इत्थे है ना, सब तो तेज लाइट दी स्पीड रफ्तार है रोशनी दी, ते रोशनी तो ज्यादा तेज जिहड़ा साडा ख्याल है। ख्याल दा मुकाबला रोशनी कर सकेगी? दुनिया में कोई भी तकड़ी तो तकड़ी तेज रफ्तार वाली चीज थॉट का मुकाबला नहीं कर सकती। फुरने का ख्याल कह लो, चितवन का सब तो तेज ख्याल रोशनी तो भी, ते इस ख्याल तो तेज की है? इस तो तेज है गुरु का शब्द। शब्द इस मन नूं बन के रख दिता। मैं आप नूं बेनती करा, गुरु तेग बहादुर सच्चे पातशाह जिन्ना बाणी विच मन नूं उन्हां ने संबोधन किया है, और भी बाणीकार मन की गल करते आ, सब तो ज्यादा जे संबोधन किसी ने बाणी विच मन नूं कीता है तो सतगुरु गुरु तेग बहादुर महाराज जी ने किया है। अज सतगुरां ने जिहड़ा तीजा शब्द बख्शिया, ये थोड़े अर्थां वल आप जी तवज्जो जरूर दे आजे। ये बचन है जय जावंती महला 9वां, ये राग जय जावंती है। 9वें सतगुरां ने अपनी रसना तो उच्चारण किया। अगे बचन ने रे मन, मन नूं संबोधन किया। रे मन, हे मना कौन गत होए है तेरी। गत दा अर्थ है हालत, कौन दा अर्थ है केड़ी। रे मन कौन गत होए है तेरी, तेरी की हालत होवेगी, तेरे नाल बनना की कदी तू सोचे। ते महाराज कहंदे ने ये जग में राम नाम, इस दुनिया विच जिहड़ा कम आउण वाला सी, गुरु तेग बहादुर साहब कहंदे ने वो परमात्मा दा नाम है। तेरी हालत की होवेगी मना। ये जग में राम नाम, ये जग में राम नाम सो तौ, इत्थे पाठ तो नहीं तौ है, कूड़े नूं औंकड़ लगी। सो तौ नहीं सुनियो कान। इस दुनिया विच जिसने अंतले समय तक साथ देना है वो प्रभु का नाम है। तेरी हालत की होवेगी, वो बंदिया तू कदी कन्ना नाल उस दे नाम नूं सुनिया ही नहीं। सो तो महाराज कहने सुनियो कान। अगले बचन ने बिखियन, ये बिख दा बहुवचन है, जहर आपां कह लीए, वकार कह लीए। बिखियन सो अत लुभान, लुभान दा अर्थ हुंदा प्रवृत्त हो जाना। अत शब्द बड़े सिरे दा हुंदा है जी, इहदा मतलब जिहड़े मुड़न दी कोई आस नहीं, अत कर दित्ती। अत दा अर्थ अखीर। ए मेरे मना तेरा की बनेगा ओए, कदी तू परमात्मा दा नाम कन्ना नाल सुनिया नहीं, जिहड़ा मददगार है। इस वासना विच, इस मायावी शब्द वरतो विषय वासना विच तू अत दा खचत है। मत नाहिन फेरी, मत दा अर्थ अपनी सोझी, मत जिन्हों कहने। नाहिन दा अर्थ नहीं, फेरी दा अर्थ परताई घुमाई। तेरा मन, तेरी मत उस विषय विच दिन रात गुड़ोंद रहिंदी है। कदों समा आवेगा ओए जदों तू अपनी मत नूं विषय तो हटा के नाम वाले पासे जोड़ेगा। महाराज ने यह रहाओ दियां तुकां ने। इत्थे मैं होर एक बेनती करांगा, गुरु ग्रंथ साहिब विच मन का बड़ा जिक्र किया है।
ਆਪ ਜੀ ਦੇਖੋ, ਮਨ ਤੋਂ ਬਿਨਾ ਕੁਝ ਬਣ ਵੀ ਨਹੀਂ ਸਕਦਾ। ਮਨ ਹੈ ਕੀ? ਇਹ ਵੀ ਬੜੇ ਸਵਾਲ ਉੱਠਦੇ ਆ ਕਿ ਮਨ ਕੀ ਹੈ। ਕਈ ਵਾਰੀ ਅਸੀਂ ਹਾਰਟ ਨੂੰ ਸ਼ਬਦ ਵਰਤਦੇ ਹਾਂ ਮਨ, ਪੜ੍ਹੇ ਲਿਖੇ ਸਾਇੰਸ ਵਾਲੇ ਸ਼ਬਦ ਸੱਜਣ ਕਈ ਵਾਰੀ ਇਹ ਆਪਣੇ ਬ੍ਰੇਨ ਨੂੰ ਸ਼ਬਦ ਵਰਤ ਦਿੰਦੇ ਆ ਮਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਪਾਠ ਕਰਨੇ ਆ ਗੁਰਮਖੋ, ਮਨ ਆਕਾਰ ਰਹਿਤ ਹੈ, ਮਨ ਦੀ ਕੋਈ ਸ਼ਕਲ ਨਹੀਂ, ਮਨ ਅਦ੍ਰਿਸ਼ਟ ਹੈ ਸਾਡੇ ਸਰੀਰ ਦੇ ਅੰਦਰ ਹੀ। ਪਰ ਕਮਾਲ ਦੀ ਗੱਲ, ਅਦ੍ਰਿਸ਼ਟ ਨੇ ਦ੍ਰਿਸ਼ਟ ਮਾਨ ਨੂੰ ਘੁੱਟ ਕੇ ਪਕੜਿਆ ਹੋਇਆ ਹੈ ਅਦ੍ਰਿਸ਼ਟ। ਜੇ ਅਸੀਂ ਇਹਨੂੰ ਕਹੀਏ ਵੀ ਫਿਜ਼ੀਕਲ ਪਾਰਟ ਹੈ ਬਾਡੀ ਦਾ, ਇਹ ਤੇ ਹੈ ਹੀ ਨਹੀਂ ਜੀ। ਮੈਂ ਇੱਕ ਦਿਨ ਕਿਹਾ ਸੀ ਕਿ ਅੱਜ ਬਹੁਤ ਤਰੱਕੀ ਹੋ ਗਈ। ਜਿਹੜੀ ਆ ਸਾਡਾ ਹਾਰਟ ਹੈ, ਜਿਹਦੇ ਕਿਤੇ ਬਲੌਕੇਜ ਹੁੰਦੀ ਹੈ, ਤੁਸੀਂ ਡਾਕਟਰ ਦੇਖੋ ਨਾਲ ਹੀ ਨਾੜੀ ਪਾ ਕੇ ਬਾਈਪਾਸ ਸਰਜਰੀ ਕਰ ਦਿੰਦੇ ਆ। ਜੇ ਕਿਡਨੀਆਂ ਫੇਲ ਹੋਣ ਉਹ ਬਦਲ ਦਿੰਦੇ ਆ, ਲੰਗਸ ਬਦਲ ਦਿੰਦੇ ਆ। ਤੇ ਜੇ ਮਨ ਕਿਤੇ ਦਿਸਦਾ ਹੁੰਦਾ, ਮਸ਼ੀਨਾਂ ਲਾ ਕੇ ਇਹਨੂੰ ਧੋ ਕੇ ਸਾਫ਼ ਨਾ ਕਰ ਦਿੰਦੇ। ਜੇ ਦਿਸਦਾ ਹੁੰਦਾ, ਇਹਨੂੰ ਕਿਉਂ ਨਾ ਸਾਫ਼ ਕਰਦੇ। ਯਾਦ ਰੱਖਿਓ, ਦੁਨੀਆ ਦੀ ਹਰ ਮਸ਼ੀਨ ਦਿਸਦੇ ਕੋਈ ਸਰੀਰ ਦੇ ਅੰਗਾਂ ਨੂੰ ਠੀਕ ਕਰ ਸਕਦੀ ਏ, ਅਣਦਿਸਦੇ ਨੂੰ ਕੇਵਲ ਸ਼ਬਦ ਹੀ ਧੋ ਸਕਦਾ ਹੈ। ਸ਼ਬਦ ਤੋਂ ਬਿਨਾਂ ਇਹਨੂੰ ਕੋਈ ਨਹੀਂ ਧੋ ਸਕਦਾ। ਇਸ ਬੇਨਤੀ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਅਣਦਿਸਦਾ ਹੈ ਤੇ ਦਿਸਦੇ ਨੂੰ ਕਾਬੂ ਕਰੀ ਬੈਠਾ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਉਹਦੇ ਵਿੱਚ ਉਹਨਾਂ ਨੇ ਫਰਮਾਇਆ, ਉਂਝ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜਿਹੜੇ ਮਨੋਵਿਗਿਆਨ ਪੜ੍ਹਦੇ ਆ ਉਹ ਮਨ ਨੂੰ 4 ਹਿੱਸਿਆਂ 'ਚ ਵੰਡਦੇ ਆ। ਕੌਂਸ਼ੀਅਸ, ਸਬ ਕੌਂਸ਼ੀਅਸ, ਸੁਪਰ ਕੌਂਸ਼ੀਅਸ, ਅਨਕੌਂਸ਼ੀਅਸ। 4 ਹਿੱਸੇ ਹੋ ਗਏ ਨਾ। ਕੌਂਸ਼ੀਅਸ, ਅਨਕੌਂਸ਼ੀਅਸ, ਸਬ ਕੌਂਸ਼ੀਅਸ, ਸੁਪਰ ਕੌਂਸ਼ੀਅਸ ਸ਼ਬਦ ਵਰਤਨੇ। ਪਰ ਗੁਰਬਾਣੀ ਜਦੋਂ ਮਨ ਦੀ ਗੱਲ ਕਰਦੀ, ਮਹਾਰਾਜ ਕਹਿੰਦੇ ਆ, ਇਹ ਮੈਲਾ ਵੀ ਹੈ, ਇਹ ਗਿਆਨੀ ਵੀ ਹੈ, ਇਹ ਧਿਆਨੀ ਵੀ ਹੈ, ਇਹ ਚੋਰ ਵੀ ਹੈ, ਤੇ ਜੇ ਰੱਬ ਮਿਹਰ ਕਰੇ ਰੱਬ ਵਰਗਾ ਵੀ ਬਣ ਜਾਂਦਾ। ਦੇਖੋ, ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੁੰਦਾ, ਮਨ ਜੋਗੀ, ਮਨ ਭੋਗੀਆ। ਮਹਾਰਾਜ ਵਰਤ ਰਹੇ ਨੇ, ਮਨ ਮੂਰਖ ਗਾਵਾਰ, ਮਨ ਦਾਤਾ, ਮਨ ਮੰਗਤਾ, ਮਨ ਸਿਰ ਗੁਰ ਕਰਤਾ। ਹੁਣ ਇੱਕ ਮਨ ਲਈ ਕਿੰਨੇ ਸ਼ਬਦ ਵਰਤੇ। ਇਹ ਦਾਤਾ ਵੀ ਹੈ, ਦਿੰਦਾ ਵੀ ਹੈ, ਤੇ ਕਈ ਵਾਰੀ ਮੰਗਤਾ ਬਣ ਕੇ ਮੰਗਣ ਵੀ ਲੱਗ ਪੈਂਦਾ। ਕਿਤੇ ਭੋਗੀ ਬਣ ਕੇ ਵਿਸ਼ਿਆਂ ਵਿੱਚ ਦਿਨ ਰਾਤ ਪ੍ਰਵਿਰਤ ਰਹਿੰਦਾ, ਕਿਤੇ ਭੋਗ ਤੋਂ ਅੱਕ ਕੇ ਕਹਿੰਦਾ ਨਹੀਂ, ਉਹ ਰੱਬ ਨਾਲ ਜੁੜਨਾ ਚਾਹੀਦਾ, ਉਦੋਂ ਜੋਗੀ ਬਣ ਜਾਂਦਾ। ਕਿਵੇਂ ਬਣਾਉਂਦਾ ਹੈ? ਮਨ ਜੋਗੀ, ਮਨ ਭੋਗੀਆ, ਮਨ ਮੂਰਖ ਗਾਵਾਰ, ਮਨ ਦਾਤਾ, ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਮੈਂ ਆਪ ਨੂੰ ਥੋੜੀ ਜਿਹੀ ਇੱਕ ਬੇਨਤੀ ਕਰਕੇ, ਕਿਉਂਕਿ ਗੁਰੂ ਤੇਗ ਬਹਾਦਰ ਦੀ ਸਾਰੀ ਸਾਧਨਾ ਮਨ ਦੀ ਹੈ। ਮਨ ਨੂੰ ਕਾਬੂ ਕਿਵੇਂ ਕਰੀਏ? ਬਾਹਰਮੁਖੀ ਬੰਦਾ ਜਜ਼ਬਾਤ 'ਚ ਆ ਜਾਂਦਾ ਹੈ, ਇਮੋਸ਼ਨਲ ਹੋ ਜਾਂਦਾ ਹੈ। ਪਿਆਰਿਓ, ਮਨ ਨਾਲ ਲੜਨਾ ਬੜਾ ਮੁਸ਼ਕਲ ਜੀ। ਇਹ ਬੰਦੇ ਦੀ ਬਸ ਕਰਾ ਦਿੰਦਾ ਹੈ। ਮੈਂ ਕਈ ਵਾਰੀ ਬੇਨਤੀ ਕਰਨਾ, ਕਥਾ ਕਰਨੀ ਬੜੀ ਸੌਖੀ ਵੀ ਕਹਿ ਲਓ, ਸੌਖੀ ਇਹ ਗੱਲਾਂ ਹੀ ਕਰਨੀਆਂ ਨੇ ਨਾ। ਚਲੋ, ਰੱਬ ਤਰਸ ਕਰੇ, ਅੰਦਰ ਦੀ ਸੁਰਤ ਬਖਸ਼ੇ। ਜਿਹੜੇ ਕਹਿੰਦੇ ਮਹਾਰਾਜ ਭੋਰੇ 'ਚ ਕਿਵੇਂ ਬੈਠੇ ਜੀ, ਹੋ ਹੀ ਨਹੀਂ ਸਕਦਾ ਸਿੱਖੀ ਦਾ, ਇਸ ਤਰ੍ਹਾਂ ਜੀ, ਉਸ ਤਰ੍ਹਾਂ ਜੀ। ਮੈਂ ਇੱਕ ਦਿਨ ਕਿਹਾ ਸੀ, ਯਾਦ ਰੱਖਿਓ, ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਵੀ ਗਏ ਨਾ ਜੀ, ਲੰਮਾ ਸਮਾਂ ਜਿੱਥੇ ਰੱਖਿਓ, ਭੋਰੇ 'ਚ ਬੈਠਦੇ ਹੁੰਦੇ। ਆਨੰਦਪੁਰ ਸਾਹਿਬ ਮਹਾਰਾਜ ਦਾ ਭੋਰਾ, ਗੁਰਦੁਆਰੇ ਦਾ ਨਾਮ ਭੋਰਾ ਸਾਹਿਬ ਹੈ, ਜਿੱਥੇ ਮਹਾਰਾਜ ਦੀ ਰਹਿائش ਹੈ। ਜੇ ਕੋਈ ਕਹੇ ਜੀ ਨਹੀਂ, ਮੈਂ ਇੱਕੋ ਬੇਨਤੀ ਕਰਾਂਗਾ, ਇੱਕ ਦਿਨ ਆਪਣੇ ਬੈਡਰੂਮ ਵਿੱਚ, ਜਿਹੜਾ ਬਹੁਤ ਗੱਲਾਂ ਕਰਦਾ ਹੈ ਸਾਰਿਆਂ ਲਈ, ਇੱਕ ਦਿਨ ਆਪਣੇ ਬੈਡਰੂਮ ਵਿੱਚ ਨਾ ਫੋਨ, ਨਾ ਟੀਵੀ, ਨਾ ਪਰਿਵਾਰ, ਨਾ ਕੋਈ ਮੈਗਜ਼ੀਨ, ਕੁਛ ਨਹੀਂ। ਇੱਕ ਦਿਨ ਰਹਿ ਕੇ ਦਿਖਾਏ, ਸਵੇਰ ਤੱਕ ਕਮਲਾ ਹੋ ਕੇ ਬਾਹਰ ਨਿਕਲੂਗਾ। ਕਿਉਂਕਿ ਜੇ ਸਿਮਰਨ ਨਹੀਂ, ਇਕੱਲ ਬੰਦੇ ਨੂੰ ਖਾ ਜਾਂਦੀ ਹੈ। ਇਕੱਲ ਹੋਰ ਚੀਜ਼ ਹੁੰਦੀ ਹੈ, ਇਕਾਂਤ ਹੋਰ ਚੀਜ਼ ਹੁੰਦਾ ਹੈ। ਆਪ ਜੀ ਦੇਖਿਓ, ਪਰਿਵਾਰ 'ਚ ਰਹਿੰਦੇ ਆ, ਕਿਸੇ ਕਮਰੇ 'ਚ ਇਕੱਲਾ ਬੰਦਾ ਰਹਿੰਦਾ ਹੋਵੇ, ਕੋਈ ਪਰਿਵਾਰ ਦਾ ਜੀ ਨਾ ਹੋਵੇ, ਉਸ ਇਕੱਲ ਵਿੱਚ 2 ਹੀ ਗੱਲਾਂ ਹੋ ਸਕਦੀਆਂ ਨੇ। ਜਾਂ ਤਾਂ ਉਸ ਇਕੱਲ ਦੇ ਵਿੱਚ ਵਾਸ਼ਨਾ ਦੀ ਖਨੇਰੀ ਬਹੁਤ ਚੱਲੇਗੀ, ਤੇ ਜੇ ਕਿਤੇ ਰੱਬ ਸ਼ਬਦ ਦੀ ਦਾਤ ਦੇਵੇ, ਉਸ ਇਕੱਲ ਨੂੰ ਇਕਾਂਤ ਬਣਾ ਲਏਗਾ, ਉੱਥੇ ਪ੍ਰਮਾਤਮਾ ਦੀ ਯਾਦ ਆ ਜਾਏ। ਥੋੜਾ ਜਿਹਾ ਇਸ ਬੇਨਤੀ ਨੂੰ, ਕਿਉਂ ਆਪਾਂ ਇਸ ਬਾਰੇ ਬਾਣੀ ਦਾ ਪ੍ਰਕਰਨ ਰੱਖਿਆ? ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਇਬਾਦਤ ਤੋਂ ਸ਼ਹਾਦਤ ਤੱਕ ਦਾ ਹੈ। ਫਿਰ ਲਓ ਸੁਣੋ, ਇਬਾਦਤ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਨੀਂਹ ਹੈ। ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀ ਜੜ ਇਬਾਦਤ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦਾ ਸਿਖਰ ਜਿਹੜਾ ਉਹ ਸ਼ਹਾਦਤ ਹੈ।
इबादत और शहादत। महाराज सच्चे पातशाह जी थोड़ा जिहा मैं फिर बेनती करांगा, मन है असी बैठे हाँ, देखो ये किन्नियां खेडां खेडदा है, इदू वड्डा धोखेबाज कोई नहीं। ते याद रखियो जे किते शब्द नाल जिड़ गया इदू वड्डा मित्र कोई नहीं। एडा वड्डा मित्र भी है, धोखेबाज भी है। मैं शब्द वरत्या अदृष्ट दृष्ट मान नूं पकड़ी बैठा। ते गुरु तेग बहादुर साहब कहंदे ने मैनू तेरी चिंता लगी, तेरा हाल की होना होए। कदी तू सोचिया कि रब दा नाम नाल रहना, वो तू कान नाल कदी सुनिया नहीं। हुण वेखो मैं एक बार कहा सी, असी अखां नाल देखने ने जी, कोई दृश्य देखो, ये भी बाणी है, कोई अपने कोलों नहीं गल। अखां नाल देखण तो बाद कहने आ तुहाडे दर्शन करके ना अज मन नूं ठंड पै गई। अगला सवाल करेगा वेख्या किन्ने? कदी किसी ने कहा अखां नूं ठंड पै गई? वो कौन है जिहड़ा अखां च बैठा वेख रहा ते रस पिछे लै रहा है? आप जी कीर्तन सुनो ते आप जी कीर्तन तो बाद कहोगे अज कीर्तन सुनिया मन आनंदित हो गया। कदी किसी ने कहा अज कान आनंदित हो गए? सुनिया ते कान नहीं है। फिर बेनती है, अखां देखदियां ने स्वाद मन लैंदा है, कान तां इंस्ट्रूमेंट ने, ये बेचारे सुनते ने ते पिछे रस मन लैंदा है। जीभ दी की ताकत थोड़ी जी निक्का जिहा मास दा टुकड़ा, ਇਹਦਾ भी रस मन लैंदा है। किसे दी निंदिया करके खुशी रसना नहीं हुंदी, ਇਹਦੇ पिछे साडे ख्याल नूं खुशी हुंदी है। खुश तो होई हुंदा है ना, यही खुश हुंदा है। भाई साहब कहंदे आ अखी अंदर वेखदा कर चोज विड़ाणा, कन्नी सुनदा सुरत कर आखाण वखाणा, जे वह अंदर बोलदा वो साध लुभाणा, हथी किरत कमामदा पग चले सुजाना, देही अंदर एक मन इंद्री परवाना। एक मन नूं इंद्रियां ने परवान कर लिया। मैं आप नूं बेनती करा गुरु तेग बहादुर साहब की थोड़ी जी बाणी चों कि मना तेरा बनेगा कि जिन्हें तेरा साथ देना ओदी तू बंदगी नहीं की। अज मैं जरूर जिक्र कर दियांगा, मैनू बेटे ने कहा भाई साहब जी दे ने भी इन्हां तिन्हां दा सी सवेरे जिक्र कीता सी, भाई मती दास जी, भाई सती दास जी, भाई दयाला जी, तिन्हां दा जिक्र किया। पर अज जदों असीं बैठे हैं, ठीक है असीं अज आधुनिक युग च वरत रहे हैं। जिस दिन महाराज इत्थे सन उदन तक कोतवाली सी ते आ बुढ़ा रुख सी कोट दा पुराना, जिथे हजूर नूं सवेरे शहीद किया जाना। कदी इसनूं महसूस करके देखिए, पिंजरे च गुरदेव ने अंदर ते चौंक दे विच तिन्ने शरीर पए होए। उस दिन तां चुकन नहीं दिते ना, तिन्ने शरीर पे, एक दोफाड़ होया पिया, एक दियां खड्डियां ते चम वख वख होया पिया, उबलिया पिया है, ते तीसरा अध सड़िया शहीद हो चुका है पर मुकम्मल नहीं सड़िया। किन्ना कुरू लपेट के साड़ दूगा? अध सड़िया होया चौंक च बैठ पिया है। ते गुरु तेग बहादुर साहब पिंजरे च नहीं। मैं इत्थे कुछ बेनतियां आप नूं करनियां ने। गुरमुखो, गुरु ग्रंथ साहिब जी की बाणी मुताबक सिख गुरु नूं दिलों मुहब्बत करदा है। ये भी वो तरस करे तां, क्योंकि अज इत्थे जिन्ना शहादत का जाम पीता वो स्वार्थी धोखेबाज ते मौका परस्त नहीं सन। याद रखो जेड़े मरे ने, मैं मरे लफ्ज वरते उस दिन भी मैं कहा सी भी पूरे गुरु ग्रंथ साहिब च शहीद लफ्ज सिर्फ 2 बारी आया है, ज्यादा शब्द मरे ही आया है। अज वो शहीद किए गए क्योंकि शब्द अरबी का सी परवान कर लिया पंजाबी च। लफ्ज तो 2 ने अरबी दे, एक शहीद ते एक शहादत। ते शहीदी लफ्ज तो है ही नहीं अरबी का, ये पंजाबी च आके सी अपना शब्द बना लिया। स्वीकार है सानू, क्योंकि भाषावां एक दूजे के शब्द उधारे लैके नवे शब्द सिरज दिंदियां। मैं आप नूं बेनती करा कि 3 सिख ने, इन्हां ने शहादत का जाम पीता। इन्हां नूं हजूर गुरु तेग बहादुर नाल अत दा नेह है। गुरु ग्रंथ साहिब की बाणी कहती है कुरबान वही हुंदा है जिहड़ा मुहब्बत करदा है, जिहड़ा मुहब्बत नहीं करदा खून का रिश्ता भी होवे वो धोखा दे जांदा है। प्यार करने वाले रत्ते सही जे मुख ना मुड़न, जिहड़े रंग रत्ते ने वो कदी मूँह नहीं मोड़दे। जिनी संझाता साईं झड़ झड़ पाउंदे कच्चे बिरखी जिन्ना कार ना आई। महाराज ने शब्द बाणी च कहा कि जिहड़े दिलों प्यार करदे आ, जिथे लालच उत्थे मुहब्बत नहीं हुंदी। गुरमुखो,
जिवें आप रोज आसा की वार विच पढ़दे हो, ए कनेही आशकी दूजे लगे जाए। इत्थे आशिक अपने महबूब तो कुर्बान होए आ। ये प्यार आशिक शब्द नूं गलत अर्थां च नहीं लिजाना। ए कनेही आशकी दूजे लगे जाए, कादी आशकी होई? अपने महबूब नूं छड्ड के दूजे भाव विच प्रवृत्त हो जाना। ए कनेही आशकी दूजे लगे जाए। महाराज कहंदे ने ये किसे अर्थ नहीं हुंदी। आशिक कौन है? इवें सतगुरु जी का बचन असीं पढ़ने का कि असल विच आशिक होवे जो परमात्मा जो प्यारा वरतांदा है उसनूं खिड़े बत्थे वो स्वीकार कर लैंदा है। हुण भाई साहब भाई मती दास जी अपने प्यारे नूं मुहब्बत करदे पे ते वो सदा जुड़े आ, उन्हां नूं मौत भी नहीं तोड़ सकदी। एक नई आशकी दूजे लगे जाए, नानक आशक कांडिया सादगी रहे समाए। सद ही अपने महबूब विच जुड़िया रहे। ते अगे उन्होंने वेरवा दिता, चंगा चंगा कर मन्ने मंदा मंदा, ये आशक की निशानी ने। ये फिर सुनियो, चंगा चंगा कर मन्ने। जिदन प्यारे ने कोई चंगा काम कर दिता, कोई दे दिता, ते सारा दिन मेरा प्यारा चंगा मेरा प्यारा चंगा। ते जिदन कोई माड़ा हो गया उदन सारा दिन भंडी जाना, काहदा प्यार किया सानूं ते दुख दिता। फिर बेनती, चंगा चंगा कर मन्ने दे अर्थ करांगे, जदों चंगा होया ते महबूब चंगा मंदा, जिदन माड़ा होया मंदा मंदा होए। आशिक ए ना आखियां जे लेखै वरतै सोए गुरमुखों नूं कदी आशिक नहीं कहंदे जिहड़े अपने महबूब नाल लेखे करदे हुंदे। ये ओ गुरमुख रूहां ने गुरु तेग बहादुर साहब जी नाल ही चले आ। मैं आप नूं बेनती करा आ ही चौंक, क्योंकि मैनूं कहा सी भी तुसीं जरूर जिक्र करके जाओ, भावें शब्द की कथा करनी है। भाई साहब भाई मती दास, सवेरे मैं एक नाम भुल गया सी, मैं तीन कहे सन, मती दास, सती दास, जती दास, एक सखी दास सन। भाई साहब होनी चार भराता अज इत्थे सज्जण आए भी सन, जिहड़े भाई मती दास की संतान विचों ने सानूं मिले आ। जे वो सुनते भी होण, देखो असीं किसी भी शहादत वाले परिवार तो इग्नोर नहीं नूं करदे, पर हिस्टरी भी सानू जो होर मिल जाएगा ते चाहिदा इन्हां परिवारां दा मान सन्मान भी होवे। भाई दयाला जी दे परिवार विचों भी आए सन। भाई मत्थो मुरारी जी गुरु अमरदास दे वेले अज उन्हां दे दर्शन कीते आ। मैं आप नूं बेनती करां, भाई साहब बारे कहा जांदा है ये सतगुरां दे दीवान सन। भाई मती दास की पदवी दीवान दी, जिन्होंने आप हाकम कहने। महिमा प्रकाश विच लिख दिया, मती दास गुर को दीवान, सिक्खी में पूर्ण परवान। जिहड़े सिक्खी विच मुकम्मल ने, पूर्ण ने, वो छिबर ने, इस जगह ते आउंदे आ। उंज वैसे हजूर की यात्रा आपां सवेरे अर्ज करांगे महाराज जी की। हुण इत्थे भाई साहब जदों हजूर नूं पिंजरे च देखदे आ, ते आप सब नूं पता भी पिंजरा ऐसा ना बह सकदे आ, ना खलो सकदे आ, ना पिछे ना अगे खब्बे सज्जे ढासना नहीं। इत्थों तक हजूर नूं जल पानी भी किन्ने दिता। जदों इतिहास आपां पढ़ने खां, उह सिमरन दे पुंज जिन्हां दे सीस ते चवर झुलदा है, जदों उहनूं पिंजरे च देखदे ने, भाई मती दास दा अंदर है। इतिहास कहंदा उन्हां क्या, महाराज तुसीं चाहो तां मैं दिल्ली दी इट नाल इट खड़का सकना। इस नूं असीं कई वारी सुनाउण तो गुरेज करने आ, पर सतगुरु इन्ने समर्थ ने कि सिख दे आरे चलन तो पहला भी उहनूं गुरमत दी सिक्ख्या दई जांदे आ। महाराज असीं इट नाल इट खड़का सकने आ। हजूर हस के कहंदे आ, एक पासे समुंदर है, एक पासे बूंद है। जे समुंदर गंभीरता नाल सब कुछ जरी जा रहा है तो बूंद नूं उछलना नहीं चाहिए। मैं बेनती करांगा, वो सुनदा है काजी। आ दिन जिहड़ा अज निकलिया है, मैं अर्ज कीती इनू महसूस करिए। महसूस किया जाता सुरत नाल, क्योंकि सुरत बहुत कोई महसूस करती है। मैं एक दिन क्या, एक सुखमनी साहब पढ़ती सुरत बाजार च गोलगप्पे खाई जाती, सुरत ही है ना। ते जे आपां इत्थे पाठ करदे हां, नेत्र बंद करके ये महसूस करिए इस काल दे पर्दे नूं पाड़ के भी भाई मती दास जी चौंक विच खलो।
ਹਜ਼ੂਰ ਦੇ ਨਾਲ ਆਏ ਆ ਤੇ ਹਕੂਮਤ ਚਾਹੁੰਦੀ ਏ ਕਿ ਇਹੋ ਜਿਹਾ ਭਿਆਨਕ ਦ੍ਰਿਸ਼ ਦਿਖਾਓ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਅੰਦਰ ਕਿਤੇ ਡੋਲ ਜਾਏ। ਇਹ ਇਸ ਕਰਕੇ ਹੁੰਦਾ ਸੀ ਵੀ ਪੈਗੰਬਰ ਨੂੰ ਡੁਲਾਇਆ ਜਾਏ ਤੇ ਉਹਦੇ ਅੱਖਾਂ ਸਾਹਮਣੇ ਦ੍ਰਿਸ਼ ਦਿਖਾਇਆ ਜਾਏ। ਭਾਈ ਮਤੀ ਦਾਸ ਜੀ ਨੂੰ ਬਾਹਰ ਲਿਆਂਦਾ ਗਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਉਹਨ ਪਿੰਜਰੇ 'ਚ ਨੇ ਤੇ ਹਜ਼ੂਰ ਨੂੰ ਦਿਖਾਇਆ ਗਿਆ ਸਭ ਕੁਝ। ਤੇ ਮੈਂ ਇੱਕ ਵਾਰ ਇਹ ਵੀ ਕੀਤੀ ਸੀ ਅਰਜ, ਦਾਦਾ ਲਾਹੌਰ ਸ਼ਹੀਦ ਹੋਇਆ ਤੇ ਪੋਤਾ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਇਆ। ਗੁਰੂ ਅਰਜਨ ਦੇਵ ਦਾਦੇ ਨੇ ਨਾ, ਤੇ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਦੇ ਪੋਤੇ ਨੇ। ਤੱਤੀ ਤਵੀ ਤੇ ਦਾਦੇ ਨੂੰ ਬਿਠਾਉਣ ਵਾਲਾ ਜਹਾਂਗੀਰ ਹੈ ਤੇ ਚੌਂਕ ਵਿੱਚ ਇਸ ਥਾਂ ਤੇ ਹਜ਼ੂਰ ਦਾ ਸੀਸ ਕਲਮ ਕਰਾਉਣ ਵਾਲਾ, ਸ਼ਹੀਦ ਕਰਨ ਵਾਲਾ ਜਹਾਂਗੀਰ ਦਾ ਪੋਤਾ ਔਰੰਗਜ਼ੇਬ। ਦਾਦੇ ਦੀ ਦਾਦੇ ਨਾਲ ਟੱਕਰ, ਪੋਤੇ ਦੀ ਪੋਤੇ ਨਾਲ ਹੈ। ਮਹਾਰਾਜ ਨੇ ਸਿੰਘ ਜਾਂਦੇ ਆ, ਪੰਜਵੇਂ ਜਾਮੇ ਸਿੱਖ ਜਾਂਦੇ ਆ। ਮੈਂ ਇੱਕ ਵਾਰ ਕਿਹਾ ਸੀ ਭਾਈ ਜੇਠਾ ਜੀ, ਭਾਈ ਬਿਧੀ ਚੰਦ ਜੀ, ਭਾਈ ਪਾਗਾ ਪੁਰਾਣਾ ਹਨਾ, ਪਰ ਗੁਰੂ ਅਰਜਨ ਦੇਵ ਨੂੰ 5 ਦਿਨ ਤਸੀਹੇ ਦਿੱਤੇ ਜਾਂਦੇ ਆ। 5 ਦਿਨ ਤਸੀਹੇ ਦਿੱਤੇ ਆ, ਇੱਕ ਦਿਨ ਨਹੀਂ। ਤੇ 5ਵੀਂ ਰਾਤ ਇੰਨੀ ਦਰਦ ਭਰੀ ਸੀ ਕਿ ਸੱਚ ਐਵੇਂ ਤਨ ਸਾਰਾ ਫਲੂਵੇ ਹੋ ਚੁੱਕਾ ਸੀ, ਤੱਤੀ ਤਵੀ ਤੇ ਬੈਠ ਚੁੱਕੇ ਸਨ। ਉਸ ਨੂੰ ਭਾਈ ਸਾਹਿਬ ਨੇ ਕਿਹਾ ਅਖੀਰ ਵਾਲੀ ਰਾਤ ਗੁਰੂ ਅਰਜਨ ਦੇਵ ਸਾਰੀ ਰਾਤ ਉੱਚੀ ਉੱਚੀ ਬੋਲ ਕੇ ਸ਼ਬਦ ਸੁਣਾਉਂਦੇ ਰਹੇ। ਮਹਾਰਾਜ ਜੀ ਭਾਈ ਸਾਹਿਬ ਨੇ ਲਿਖਿਆ ਹੈ ਕਿ ਉਹਨਾਂ ਨੇ ਉੱਚੀ ਉੱਚੀ ਆਵਾਜ਼ ਸ਼ਬਦ ਸੁਣਾਇਆ, ਪਪੀਏ ਦੀ ਤਰ੍ਹਾਂ ਪੁਕਾਰੇ। ਸਿੱਖਾਂ ਨੇ ਦੇਖਿਆ ਮਹਾਰਾਜ ਜੀ ਨੂੰ ਸ਼ਹੀਦ ਹੁੰਦਿਆਂ। ਮੈਂ ਕਹਿੰਦਾ 5ਵੇਂ ਜਾਮੇ 'ਚ ਸਤਿਗੁਰੂ ਆਪਣੇ ਪਿੰਡੇ ਤੇ ਖੰਡਾ ਕੇ ਦੱਸ ਰਹੇ ਨੇ, ਸਿੱਖੋ ਸੱਚ ਦੇ ਮਾਰਗ ਤੇ ਚੱਲਦਿਆਂ ਆ ਕੁਝ ਵਾਪਰ ਸਕਦਾ ਹੈ। ਉੱਥੇ ਗੁਰੂ ਅਰਜਨ ਦੇਵ ਸ਼ਹੀਦ ਹੋ ਰਹੇ ਆ, ਸਿੱਖ ਵਾਪਸ ਅੰਮ੍ਰਿਤਸਰ ਆਉਂਦੇ ਆ। ਇੱਥੇ ਗੁਰੂ ਤੇਗ ਬਹਾਦਰ ਦੂਜੇ ਦਿਨ ਸ਼ਹੀਦ ਹੁੰਦਾ, ਪਹਿਲੇ ਦਿਨ ਗੁਰੂ ਕੇ ਸਿੱਖ ਸ਼ਹੀਦ ਹੁੰਦੇ ਆ। ਮਹਾਰਾਜ ਜੀ ਨੇ ਜਿਹੜਾ ਪੂਰਨੇ ਪਾਏ, ਜਿਹੜੀ ਗੱਲ ਸਮਝਾਈ, ਭਾਈ ਸਾਹਿਬ ਭਾਈ ਮਤੀ ਦਾਸ ਜੀ ਇਸ ਚੌਂਕ ਵਿੱਚ ਲਿਆਂਦਾ ਗਿਆ। ਤੇ ਅੱਜ ਵੀ ਕਦੀ ਤੁਸੀਂ, ਮੈਂ ਇਸਲਾਮ ਦੇ ਬਰਖਲਾਫ ਨਹੀਂ ਕੋਈ ਸ਼ਬਦ ਕਹਾਂਗਾ। ਧਰਮ ਕਦੀ ਵੀ ਮਾੜਾ ਨਹੀਂ ਹੁੰਦਾ, ਕੋਈ ਵੀ। ਸਾਰੇ ਧਰਮਾਂ ਦੇ ਜਿਹੜਾ ਬੇਸਿਕ ਅਸੂਲ ਹੈ ਨਾ, ਮੂਲ ਗੱਲ ਹੈ, ਉਹ 2 ਹੀ ਗੱਲਾਂ ਜਿਹੜੇ ਧਰਮ ਨੇ। ਮੈਂ ਕਹਿ ਰਿਹਾ ਕਿ ਇੱਕ ਰੱਬ ਨੂੰ ਯਾਦ ਕਰੋ, ਦੂਜੇ ਕੰਮ ਚੰਗੇ ਕਰੋ। ਗੱਲਾਂ ਹੀ 2 ਨੇ। ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਕਿਹਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਆ ਸਾਰੇ ਧਰਮਾਂ ਦਾ ਨਿਚੋੜੇ। ਬਾਕੀ ਸ਼ਰ੍ਹਾ ਵੱਖਰੀ ਵੱਖਰੀ ਹੁੰਦੀ। ਅਸੀਂ ਕੇਸ ਰੱਖਦੇ ਹਾਂ, ਕੋਈ ਮੁੰਡਨ ਕਰਦਾ, ਕੋਈ ਜਨੇਊ ਪਾਉਂਦਾ, ਕੋਈ ਬਿਪਟਾਈਜ਼ ਕਰਦਾ। ਇਹ ਬਾਹਰ ਦੇ ਸਾਡੇ ਆਪੋ ਆਪਣੇ ਧਰਮਾਂ ਦੇ ਅਸੂਲ ਬਣਾਏ ਆ। ਮੈਂ ਇਸਲਾਮ ਬਾਰੇ ਨਹੀਂ ਕਹਿ ਰਿਹਾ, ਪਰ ਜਦੋਂ ਇੰਟਰਪ੍ਰੀਟੇਸ਼ਨ ਕਰਨ ਵਾਲੇ, ਵਿਆਖਿਆ ਕਰਨ ਵਾਲੇ ਅੰਦਰੋਂ ਬੇਈਮਾਨ ਹੋ ਜਾਣ, ਯਾਦ ਰੱਖਿਓ ਉਦੋਂ ਧਰਮ ਦੇ ਜਿਹੜੇ ਲੋਕ ਨੇ ਅਸਲੀ ਧਰਮੀ ਨਹੀਂ। ਧਰਮ ਦੇ ਨਾਂ ਤੇ ਲੋਕ ਖਤਰਨਾਕ ਰੂਪ ਧਾਰਨ ਕਰ ਜਾਂਦੇ ਆ। ਇੰਨਾ ਸ਼ਾਇਦ ਇਸ ਧਰਤੀ ਤੇ ਆਮ ਖੂਨ ਨਾ ਡੁੱਲਿਆ ਹੋਵੇ ਜਿੰਨਾ ਇਸ ਪਲੈਨਟ ਉੱਤੇ ਧਰਮ ਦੇ ਨਾਂ ਤੇ ਖੂਨ ਡੁੱਲਿਆ ਹੈ। ਜਿੰਨੀ ਇਹ ਧਰਤੀ ਰੰਗੀ ਪਈ ਹੈ ਧਰਮ ਦੇ ਨਾਂ। ਰਾਤ ਵੀ ਮੈਂ ਇੱਕ ਅਰਜ਼ ਕੀਤੀ, ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਲਿਖਿਆ ਨਾ, ਤੇ ਮੈਂ ਕੱਲ ਨੂੰ ਬੇਨਤੀ ਕਰਾਂਗਾ ਉੱਥੇ ਰਕਾਬਗੰਜ ਵੀ, ਜੇ ਇੱਥੇ ਰੱਖਿਓ, ਇੱਥੇ ਉਹਨਾਂ ਤਲਵਾਰ ਨਾਲ ਸਿਰ ਲਾਇਆ। ਤਲਵਾਰ ਸ਼ਬਦ ਵਰਤ ਰਿਹਾ ਮੈਂ, ਕਿਰਪਾਨ ਨਹੀਂ ਵਰਤ ਰਿਹਾ। ਤਲਵਾਰ ਨਾਲ ਲਾਇਆ, ਪਰ ਗੁਰੂ ਗੋਬਿੰਦ ਸਿੰਘ ਨੇ ਇਹੋ ਜਿਹੀ ਤਲਵਾਰ ਚੁੱਕੀ, ਉਹਨੇ ਸਿਰ ਲਾਉਣ ਵਾਲੀ ਤਲਵਾਰ ਖੁੰਡੀ ਕਰਕੇ ਰੱਖ ਦਿੱਤੀ। ਮਹਾਰਾਜ ਜਦੋਂ ਕਿਤੇ ਧਰਮ ਦੀ ਗੱਲ ਕਰਨੀ ਹੋਵੇ, ਮੈਂ ਕੱਲ ਵੀ ਕਿਹਾ, ਉਹਦੇ ਵਿੱਚ ਇੱਕ ਹਜ਼ੂਰ ਦਾ ਸ਼ੇਰ ਹੈ, ਨਾ ਕਤਰਾ ਮਰਾ ਇਤਬਾਰੇ ਬਰੋਸਤ, ਨਾ ਕਤਰਾ ਮਰਾ ਇਤਬਾਰੇ ਬਰੋਸਤ। ਕਤਰਾ ਦਾ ਅਰਥ ਰਾਤੀ ਕੀਤਾ ਸੀ ਥੋੜਾ ਜਿੰਨਾ। ਕਹਿੰਦੇ ਨੇ ਔਰੰਗਜ਼ੇਬ ਹੁਣ ਤੂੰ ਜਿੰਨੀਆਂ ਮਰਜ਼ੀ ਸਮਾਂ ਚੁੱਕ ਲੈ, ਮੈਨੂੰ ਕਤਰਾ ਵੀ ਤੇਰੀ ਸਹੁੰ ਤੇ ਭਰੋਸਾ ਨਹੀਂ ਕਿ ਬਖਸ਼ੀ ਵੈ ਦੀਵਾਂ ਹਮਾ ਕਿਜ਼ਬ ਗੋਸ਼ਤ। ਬਖਸ਼ੀ ਵਾ ਦੀਵਾਂ, ਤੇਰੇ ਵਜ਼ੀਰ ਤੇ ਤੇਰੇ ਸੈਨਾਪਤੀ ਇੰਨੇ ਝੂਠੇ ਨੇ, ਇੰਨੇ ਬੇਈਮਾਨ ਨੇ, ਜਿਹਨੂੰ ਇਸ਼ਟ ਮੰਨਦੇ ਨੇ ਉਹਦੀਆਂ ਸਮਾਂ ਚੁੱਕ ਕੇ ਵੀ ਮੁਕਰਦੇ ਪਏ ਆ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਬਾਦਸ਼ਾਹ, ਉਹਨਾਂ ਦੇ ਸਨਮੁਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਬਾਹਰ ਲਿਆਂਦਾ ਗਿਆ। ਕੋਈ ਛੋਟੀ ਜੀ ਗੱਲ ਨਹੀਂ, ਇਹ ਕੋਈ ਨਾਟਕ ਨਹੀਂ ਬਣਾਇਆ ਕਿਸੇ ਨੇ ਪਾਤਰ ਸਿਰਜ ਕੇ। ਦੇਖੋ ਯਾਦ ਰੱਖਿਓ
ਇਹ ਸਾਡੇ ਪੂਰਵਜਾਂ ਦਾ ਡੁੱਲੇ ਹੋਏ ਖੂਨ ਦੀ ਤਵਾਰੀਖ ਹੈ, ਉਹਨਾਂ ਦਾ ਇਤਿਹਾਸ ਹੈ। ਭਾਈ ਸਾਹਿਬ ਸਾਹਮਣੇ 3 ਗੱਲਾਂ ਰੱਖੀਆਂ ਗਈਆਂ, ਇੱਥੇ ਸਿਰਫ 3 ਗੱਲਾਂ ਹੀ ਰਿਪੀਟ ਹੋਈਆਂ ਕਈ ਦਿਨ। ਪਹਿਲੀ ਗੱਲ ਇਹ ਸੀ ਕਿ ਕਰਾਮਾਤ ਦਿਖਾਓ, ਜਿਹਨੂੰ ਮੌਜਾ ਕਹਿੰਦੇ ਆ, ਕਰਾਮਾਤ ਦਿਖਾਓ। ਜੇ ਕਰਾਮਾਤ ਨਹੀਂ ਦਿਖਾਣੀ ਤੇ ਇਸਲਾਮ ਨੂੰ ਕਬੂਲ ਕਰੋ, ਦੀਨ ਨੂੰ ਕਬੂਲ ਕਰੋ। ਜੇ ਇਸਲਾਮ ਕਬੂਲ ਨਹੀਂ ਕਰਨਾ ਤੇ ਫਿਰ ਤਿਆਰ ਰਹੋ, ਤੁਹਾਨੂੰ ਮਾਰ ਦਿੱਤਾ ਜਾਏਗਾ। ਅੱਜ ਵੀ ਤਕਰੀਬਨ ਸ਼ਰਅ ਦੀ ਜਦੋਂ ਗੱਲ ਕਰਦਾ ਅਨਮਤ ਵਾਲਿਆਂ ਲਈ, ਜਾਂ ਕਰਾਮਾਤ ਜਾਂ ਇਸਲਾਮ ਤੇ ਤੀਸਰੀ ਗੱਲ ਮੌਤ, ਇਹਨਾਂ ਤਿੰਨਾਂ ਚੋਂ ਚੋਣ ਕਰ ਲਓ। ਮੈਂ ਬੇਨਤੀ ਕਰਾਂ ਕਿ ਭਾਈ ਸਾਹਿਬ ਨੂੰ ਜਦੋਂ 3 ਕਹੀਆਂ, ਉਹਨਾਂ ਨੇ ਕਿਹਾ ਮੌਜਜ਼ਾ ਨਹੀਂ, ਦੀਨ ਨਹੀਂ, ਮੈਨੂੰ ਮੌਤ ਸਵੀਕਾਰ ਹੈ, ਮੈਂ ਮੌਤ ਨੂੰ ਪ੍ਰਵਾਨ ਕਰਨਾ। ਉਹਨਾਂ ਅਗਲੀ ਗੱਲ ਕਹੀ, ਮਰਨਾ ਗੋਲੀ ਨਾਲ ਨਹੀਂ, ਤੀਰ ਨਾਲ ਨਹੀਂ, ਯਕ ਲਖਤ ਕੋਈ ਚੀਜ਼ ਵਰਤ ਕੇ ਤੇਰਾ ਸਿਰ ਨਹੀਂ ਲਾਣਾ, ਮਾਰਾਂਗੇ। ਤਿੰਨਾਂ ਨੂੰ ਤਸੀਹੇ ਵੱਖਰੇ ਵੱਖਰੇ ਦਿੱਤੇ ਆ। ਵੇਖੋ ਤਸੀਹੇ ਵੱਖਰੇ ਵੱਖਰੇ ਨੇ, ਕਿਉਂਕਿ ਗੁਰੂ ਤੇਗ ਬਹਾਦਰ ਨੂੰ 3 ਇੰਨੇ ਭਿਆਨਕ ਦ੍ਰਿਸ਼ ਦਿਖਾਏ ਜਾਣ ਕਿ ਸ਼ਾਇਦ ਰਾਤ ਤੱਕ ਇਹਨਾਂ ਦਾ ਅੰਦਰ ਡੋਲ ਜਾਵੇ, ਕਿਉਂਕਿ ਇੱਕ ਤਰੀਕਾ ਨਹੀਂ ਉਹਨਾਂ ਵਰਤਿਆ। ਉਂਝ ਮੈਂ ਬੇਨਤੀ ਕਰਾਂ ਗੁਰਮੁਖੋ, 18 ਤਰੀਕੇ ਸਨ ਉਸ ਰਾਜ ਵਿੱਚ। ਕਿਸੇ ਨੂੰ ਮਾਰਨ ਵਾਸਤੇ 18 ਦੇ 18 ਤਰੀਕੇ ਸਿੱਖਾਂ ਉੱਤੇ ਅਪਣਾਏ ਗਏ ਸਨ, ਪਰਖੇ ਗਏ 18 ਦੇ 18 ਤਰੀਕੇ। ਹੁਣ ਉਹਨਾਂ ਕਿਹਾ ਵੀ ਇਸ ਤਰ੍ਹਾਂ ਨਹੀਂ, ਤੁਹਾਨੂੰ ਆਰੇ ਨਾਲ ਚੀਰ ਦਿੱਤਾ ਜਾਏਗਾ। ਚਲੋ ਠੀਕ ਹੈ। ਉਦੋਂ ਬਾਅਦ ਕਵੀ, ਕਥਾ ਵਾਲੇ ਜਾਂ ਰਾਈਟਰ ਜਿਹੜੇ ਨੇ ਉਹ ਰੰਗ ਭਰਦੇ ਆ, ਇਹ 'ਚ ਕੋਈ ਸ਼ੱਕ ਨਹੀਂ, ਤੇ ਕਥਾ ਦਾ ਮਤਲਬ ਵੀ ਹੁੰਦਾ ਹੈ। ਗੱਲ ਤਾਂ ਸਿਰਫ ਇੰਨੇ 'ਚ ਮੁੱਕ ਸਕਦੀ, ਵਰ ਨੂੰ ਜਾ ਕੇ ਆਨੰਦਪੁਰ ਸਾਹਿਬ ਸੀਸ ਦਾ ਸੰਸਕਾਰ ਹੋ ਗਿਆ, ਗੱਲ ਤਾਂ ਇੰਨੇ 'ਚ ਵੀ ਖਤਮ ਹੋ ਸਕਦੀ। ਭਾਈ ਸਾਹਿਬ ਜੀ ਨੂੰ, ਭਾਈ ਮਤੀ ਦਾਸ ਜੀ ਨੂੰ ਮਹਾਰਾਜ ਦੇ ਸਨਮੁਖ ਬਾਹ ਚੌਂਕ 'ਚ ਲੈ ਗਿਆ ਇੱਥੇ ਸੱਚ, ਤੇ ਉਹਨਾਂ ਨੂੰ ਕਿਹਾ ਬਿਆ ਆਰੇ ਨਾਲ ਚੀਰਨਾ। ਆ ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖਿਆ ਆਪਣੀ ਕਿਤਾਬ 'ਚ, ਉਹ ਕਹਿੰਦੇ ਆ, ਉਹਨਾਂ ਨੇ ਕਿਹਾ ਅਜੇ ਵੀ ਦਰਸਤਾਂ ਹੈ, ਇੱਕ ਪਾਸੇ ਆਰਾ, ਦੂਜੇ ਪਾਸੇ ਦੀਨ, ਤੇ ਦੀਨ ਦੇ ਨਾਲ ਸੁਖ, ਜੋ ਕਹੇਗਾ ਤੈਨੂੰ ਮਿਲੇਗਾ। ਭਾਈ ਸਾਹਿਬ ਜੀ ਨੇ ਕਿਹਾ ਚੋਣ 2 ਦੀ ਕਰਨੀ ਹੈ ਨਾ, ਆਰਾ ਮੌਤ ਕਿ ਸੰਸਾਰ। ਕਹਿਣ ਲੱਗੇ 2 ਆਪਸ਼ਨ ਰੱਖੇ ਆ, 2 ਵਿੱਚੋਂ ਚੋਣ ਮੈਂ ਤਾਂ ਇੱਕ ਦੀ ਕਰਾਂ, ਮੈਂ 2 ਦਾ ਸਵਾਦ ਵੇਖਿਆ ਹੋਵੇ ਤਾਂ। ਇੰਨਾ ਤਾਂ ਮੈਨੂੰ ਪਤਾ, ਮੈਂ ਗੁਰੂ ਕਾ ਦੀਵਾਨ ਖਾਂ, ਸਤਿਗੁਰਾਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ, ਪਰ ਅਜੇ ਤੱਕ ਆਰਾ ਤੇ ਮੈਂ ਕਦੀ ਦੇਖੀ ਨਹੀਂ। ਉਹ ਕਾਜੀ ਜਲਾਦ ਵਾਕਈ ਖੁਸ਼ ਹੋ ਗਿਆ ਵੀ ਵਾਕਈ ਥੋੜਾ ਜਿਹਾ ਇਹ ਸਾਨੂੰ ਦੇਣ ਲੱਗ ਪਿਆ ਥਾਂ, ਵੀ ਆਰਾ ਤਾਂ ਵੇਖੀ ਨਹੀਂ। ਉਹ ਕਹਿੰਦੇ ਤਾਂ ਹੀ ਤਾਂ ਤੈਨੂੰ ਕਹਿੰਦੇ ਪਏ ਆ, ਜੇ ਆਰਾ ਨਹੀਂ ਵੇਖਿਆ, ਆਰਾ ਬੜਾ ਖਤਰਨਾਕ ਹੈ, ਲੱਕੜ ਦੀ ਤਰ੍ਹਾਂ ਚੀਰ ਕੇ ਰੱਖਦਾ ਹੈਗਾ, ਜਿਵੇਂ ਲੱਕੜ ਚੀਰੀ ਦੀ ਏ। ਕਹਿਣ ਲੱਗੇ ਮੈਂ 2 ਵਿੱਚੋਂ ਤਾਂ ਇੱਕ ਚੁਣਾਂਗਾ ਜੇ ਮੈਨੂੰ ਆਰੇ ਦਾ ਸਵਾਦ ਵੀ ਥੋੜਾ ਜਿਹਾ ਦਿਖਾ ਦਿਓਗੇ। ਉੱਥੇ ਉਹ ਕਹਿੰਦੇ ਨੇ ਭਾਈ ਸਾਹਿਬ ਜੀ ਦੇ ਸੀਸ ਤੇ ਆਰਾ ਰੱਖਿਆ, ਜਲਾਦ ਖਿੱਚਣ ਲੱਗੇ। ਮੈਂ ਫਿਰ ਬੇਨਤੀ ਕਰਾਂਗਾ ਕਿ ਥੋੜਾ ਜਿਹਾ ਇਹ ਹੈ, ਮੈਂ ਫਿਰ ਅਰਜੀ ਸ਼ਾਇਰ ਸ਼ਿੰਗਾਰਦੇ ਆ ਤੇ ਕਵੀ ਦਰਬਾਰ ਤੋਂ ਜਦੋਂ ਕਰਾਉਂਦੇ ਹੋ ਨਾ, ਯਾਦ ਰੱਖੋ ਕਵੀ ਖਿਆਲਾਂ ਤੇ ਕਲਪਨਾ ਵਿੱਚੋਂ ਬਹੁਤ ਕੁਝ ਸਿਰਜ ਦਿੰਦਾ। ਉਹ ਕਹਿੰਦੇ ਨੇ ਜਦੋਂ ਭਾਈ ਸਾਹਿਬ ਦੇ ਸੀਸ ਤੇ ਆਰਾ ਚੱਲਣ ਲੱਗਾ, ਅਜੇ ਥੋੜਾ ਜਿਹਾ ਟੱਕ ਲੱਗਾ, ਖੂਨ ਵਗਿਆ, ਤੇ ਉਹਨਾਂ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਕਿ ਦੁਨੀਆ ਦਾ ਸੁੱਖ ਸਾਰਾ ਮਾਣਿਆ ਹੈ, ਰੂਹਾਨੀਅਤ ਦੀ ਦਾਤ ਗੁਰੂ ਨੇ ਦਿੱਤੀ, ਪਰ ਆਰੇ ਵਾਲਾ ਸਵਾਦ ਨਹੀਂ ਸੀ ਵੇਖਿਆ। ਮੈਨੂੰ ਆਰਾ ਸਵੀਕਾਰ ਹੈ, ਮੈਨੂੰ ਦੀਨ ਤੇ ਦੁਨੀਆ ਦਾ ਸੁੱਖ ਸਵੀਕਾਰ ਨਹੀਂ। ਤੁਹਾਡਾ ਦੀਨ ਸ਼ਬਦ ਵਰਤਾਂ। ਉਹਨਾਂ ਕਿਹਾ ਅੰਤਮ ਇੱਛਾ, ਤੇ ਗੁਰਮੁਖੋ ਭਾਈ ਸਾਹਿਬ ਦਾ ਉੱਤਰ ਸੀ ਸਿਰਫ ਇੱਕੋ ਇੱਛਾ ਹੈ ਕਿ ਜਦੋਂ ਮੇਰੇ ਸਿਰ ਤੇ ਆਰਾ ਚੱਲਣਾ, ਮੇਰਾ ਮੂੰਹ ਮੇਰੇ ਮਹਿਬੂਬ ਵੱਲ ਕਰ ਦਿਆ ਜੇ, ਮੈਂ ਅੰਤਲੇ ਸਮੇਂ ਤੱਕ ਆਪਣੇ ਸਤਿਗੁਰੂ ਦੇ ਦੀਦਾਰ ਕਰਨੇ ਚਾਹੁੰਦਾ। ਗੁਰਮੁਖੋ ਆਰਾ ਸਿਰ ਤੇ ਚੱਲਦਾ ਹੈ। ਤੇ ਮੈਂ ਇੱਕ ਵਾਰੀ ਕਿਹਾ, ਜਿਹੜੇ ਗੁਰਬਾਣੀ ਦੇ ਅਰਥ ਨੇ ਨਾ ਜੀ, ਇੱਕ ਤਾਂ ਅਸੀਂ ਕਥਾ 'ਚ ਕਰਨੇ ਆ, ਇੱਕ ਅਰਥ ਉਹ ਨੇ ਜਿਹੜੇ ਜੀਵਨ ਕਰਦੇ ਹੁੰਦੇ। ਭਾਵੇਂ ਕਬੀਰ ਸਾਹਿਬ ਜੀ ਦਾ ਇਹ ਸ਼ਬਦ
परमात्मा दे मिलाप दा करवत भला ना करवट तेरी, ला गले सुन बेनती मेरी, हऊँ मारी मुख फेर प्यारे, करवट दे मोको काहे को मारे। पर जे सच एवे इस शब्द दे अपने प्यारे दे सामने खलो के कि तेरे वल पिठ ना होवे, आरा सिर ते चलदा होवे, तू मूँह ना मोड़ी। जे इस शब्द दे किसे अर्थ कीते ते चांदनी चौंक विच भाई मती दास जी ने कीते। उन्हां दे सिर ते आरा चलिया, लोकां दी भीड़ सी। मैं बेनती करा, इत्थे 3 सिख होर सन भीड़ च, एक भाई जैता जी, एक भाई उदा जी ते एक भाई ननुआ जी। भाई जैता जी सब कुछ देख रहे आ, आरा सिर ते चलदा पिया। आरे ने भाई साहब नूं 2 फाड़ कर दिता। मैं सवेरे भी क्या, गुरमुखो शब्द नूं मौत भी नहीं मार सकती। वेखण वालियां ने दृष्टमान शरीर दे 2 टुकड़े कर दिते, पर इतिहास कहंदा इत्थे घटना वापरी, इस चौंक विचों दोनों टुकड़ियां विचों जपजी साहब की आवाज़ आउंदी रही। भाई साहब दे शब्द ने ते गुरु जदों सिख मुहब्बत करदा ते गुरु फिर मौत ते भी फतेह पवा दिंदा। इनू वैसे कवि संतोख सिंह ने लिखिया, अर्धो उर्द चराए सो डारा, परयो पृथ्वी पर खवै द्वै फारा, दोनों तन ते जपजी पढ़ै, हेरत सब कह अचरज बढ़े। उन्हां दे टुकड़ियां विचों भी जपजी साहब की आवाज़ आउंदी पई। मैं एक बेनती होर आप जी नूं करके, कईयां दे मन च आ जाना, इत्थे ना नेड़े, ये नहीं कि तुसीं कबर ते जाओ, इत्थे नेड़े एक सरमद दी, तुहानूं पता सरमद दी कबर है, इत्थे सिर लाया सी उहदा। हाँ, इहदे सिर लाया मस्जिद सामने। वो कहंदे ने वो तां ला दिता, वो अनल हक कहंदे सन सरमद जी, ते नगन रहिंदा सी, कपड़े नहीं सी पांदा। एक दिन औरंगजेब लंघिया ते क्या जांदा है, उन्होंने किसी काजियां ने जां मुलाणियां ने क्या, उन्हें कपड़े सट के क्या, सरमद नूं पकड़, तू अपने तन नूं कपड़ियां नाल ढक। अगले जुमे जदों नमाज पढ़ने सरमद फिर नंगा बैठा। ਇਹਦਾ मतलब ये नहीं कि आप नगेज की प्रौढ़ता कर रहे हैं, वो दरवेश हो जासी। उन्हें वेख के क्या, तेनों कपड़ा दिता सी ते तू कपड़े नाल तन क्यों नहीं ढकिया। उन्हें कहा मैं सांभ के रखे है, ते वापस औरंगजेब वाल सट के कहंदा, तू अपने आप नूं ढक कपड़ियां च, जिन्हें पाप करके प्यो ते भरा मारे ने, मेरे च ऐ भी कोई नहीं, मैं की ढकना। ਉਹਦਾ कतल होया इत्थे, ਉਹਦੀ आवाज़ निकलती रही अनल हक दी जी। सरमद वो बोलिया, सरमद की मौत का ते गुरु तेग बहादुर सच्चे पातशाह जी ਉਹਦੀ शहादत का लेखा औरंगजेब नहीं दे सकता। मैं बेनती करांगा कि एक सिर्फ छोटी जी उदाहरण दे के, हुण इस मसला कई बार आ जांदी, जदों हार्ट कट्टिया गया, ब्रेन कट्टिया गया, 2 फाड़ हो गया, साडे बच्चे नहीं मानते, जपजी दा आवाज़ किवें आउंदी रही, असीं कहने ना बच्चे नहीं मानते। मैं तुहानूं बेनती सवेरे भी कीती सी, मच्छी की उदाहरण दी आपां है ना, बड़ी बारी दिंदे आ, गुण गोबिंद गायो नहीं जन्म अकारथ कीन, कहो नानक हर भज मना, जे बिद जल को, जे बिद जल को मीन जे भजिया, ते भाई साहब भाई मती दास ने भजिया। मच्छी के टुकड़ियां चों एक छोटी सिर्फ उदाहरण दे के, भावें अनमादिक है, आपां भरोसा विश्वास ते परंपरा दे बड़े गहरे अर्थ हुंदे आ। याद रखियो, परंपरा में शब्द वरते, परंपरा भरोसा विश्वास। किसी ने मंसूर नूं यही पूछा सी कि मेरे 3 प्रश्नों का उत्तर मैं बड़े संखेप जे कह देना। उन्हें पूछा किहड़े 3 प्रश्न, उन्हें कहा दान की सीमा की, त्याग की सीमा की, ते प्रेम की मुहब्बत की सीमा की हुंदी है। ते मंसूर विचारे नूं सूली चाढ़ना सी दूजे दिन। सवाल करने वाले ने कहा दान, त्याग और प्रीत। ते मंसूर कहंदा है मैं तेनू अर्थ बोल के दसां कि प्रैक्टिकल जो मेरे नाल वापर रहा आचरणक तौर पर। वो विद्वान कहंदा मैं किताबां चों बड़े अर्थ पढ़े आ, तेरा तजर्बा की है। उन्हें गोदड़ी च रोटी कड्ढी, रोटी कढ़ के कहंदा मंसूर सवाल करन, कहंदा अद्धी रोटी खा ला मेरी। वो कहंदा मैनूं रोटी की भुख नहीं, मैं प्रश्न करना आया। कहंदा तेरे प्रश्न का उत्तर देन लगा। उन्हें रोटी मूँह च पाई ते अगों कहंदा गल सुन,
ਤੈਨੂੰ ਪਤਾ ਮੈਨੂੰ ਕਿੰਨੇ ਦਿਨ ਦੀ ਰੋਟੀ ਨਹੀਂ ਮਿਲੀ? ਉਹ ਕਹਿੰਦਾ ਪਤਾ, ਮੈਨੂੰ ਪਾਣੀ ਨਹੀਂ ਮਿਲਿਆ। ਕਹਿੰਦਾ ਬਿਲਕੁਲ ਤੁਹਾਨੂੰ ਕੋਈ ਖੁਰਾਕ, ਕੋਈ ਪਾਣੀ, ਕੁਛ ਵੀ ਨਹੀਂ ਮਿਲਿਆ। ਕਹਿਣ ਲੱਗਾ ਮੇਰਾ ਕੋਈ ਮਿੱਤਰ ਰੋਟੀ ਦੇ ਗਿਆ, ਪਹਿਲਾਂ ਮੈਂ ਖਾਣ ਲੱਗਾ, ਮਨ ਚ ਆਇਆ ਮਨਾ ਤੂੰ ਤਾਂ ਕੱਲ ਨੂੰ ਮਾਰੀ ਜਾਣਾ, ਇਹ ਰੋਟੀ ਸਾਂਭ ਕੇ ਰੱਖ ਲੈ, ਜਿੰਨੇ ਜੀਣਾ ਉਹਦੇ ਮੂੰਹ ਵਿੱਚ ਪਾ ਦੇ। ਕਹਿੰਦਾ ਮੇਰੇ ਤਜਰਬੇ ਮੁਤਾਬਕ, ਕਹਿੰਦਾ ਮੈਂ ਦੂਜੇ ਦਾ ਨਹੀਂ, ਮੇਰੇ ਤਜਰਬੇ ਮੁਤਾਬਕ ਦਾਨ ਦੀ ਸੀਮਾ ਇੱਥੋਂ ਤੱਕ ਹੈ ਕਿ ਭੁੱਖ ਲੱਗੀ ਹੋਵੇ, ਪਰ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਤੇ ਰੋਟੀ ਵਾਲਾ ਸੀਮਾ ਨਹੀਂ ਟੁਕਣੀ, ਉਹ ਸਰਬੰਸ ਦਾਨੀ ਹੈ। ਕਿਉਂਕਿ ਮੈਨੂੰ ਪਤਾ ਮਨ ਚ ਆ ਜਾਏਗਾ ਇੱਕੋ ਦਮ ਦੂਜੇ ਪਾਸੇ ਖਿਆਲ। ਉਹ ਕਹਿੰਦਾ ਮੇਰੇ ਲਈ ਦਾਨ ਦੀ ਸੀਮਾ ਇਹ। ਉਹਨੇ ਕਿਹਾ ਅਗਲੀ ਗੱਲ ਤਿਆਗ ਦੀ। ਮਨਸੂਰ ਕਹਿੰਦਾ ਨੇਤਰ ਬੰਦ ਕਰ। ਸਵਾਲ ਕਰਨ ਵਾਲੇ ਨੇ ਅੱਖਾਂ ਬੰਦ ਕੀਤੀਆਂ, ਮਨਸੂਰ ਸਰੀਰ ਵਿੱਚੋਂ ਨਿਕਲ ਗਿਆ, ਬੋਡੀ ਚੋਂ ਨਿਕਲ ਗਿਆ, ਅਭਿਆਸੀ ਸੀ। ਉਹ ਸਵਾਲ ਕਰਨ ਵਾਲਾ ਡਰ ਗਿਆ ਵੀ ਇਹ ਤਾਂ ਮਰ ਗਿਆ, ਤੇ ਇਹਨੂੰ ਸੂਲੀ ਚਾੜਨ ਦੀ ਥਾਂ ਕਿਤੇ ਮੈਨੂੰ ਦੋਸ਼ ਲਾ ਕੇ ਨਾ। ਜਦੋਂ ਡਰ ਕੇ ਦੌੜਨ ਲੱਗਾ, ਮਨਸੂਰ ਬੋਡੀ 'ਚ ਆਵਾਜ਼ ਮਾਰ ਕੇ ਕਹਿੰਦਾ ਗੱਲ ਸੁਣ, ਸਵਾਲ ਪੁੱਛਣ ਆ ਗਿਆ ਪ੍ਰੈਕਟੀਕਲ, ਤੇ ਸੀਨਾ ਤੇਰਾ ਪ੍ਰੈਕਟੀਕਲ, ਸਿੱਖਣ ਵਾਲਾ ਕੋਈ ਨਹੀਂ। ਕਹਿੰਦਾ ਤਿਆਗ ਕਰਨ ਤੇ ਫਕੀਰ ਆਵੇ ਨਾ, ਤੇ ਆਪਣੀ ਮਰਜ਼ੀ ਨਾਲ ਸਰੀਰ ਵਿੱਚੋਂ ਨਿਕਲ ਜਾਏ, ਪਰ ਮੈਂ ਆਪਣੀ ਮਰਜ਼ੀ ਨਾਲ ਨਿਕਲਣਾ ਨਹੀਂ। ਮੇਰੇ ਵਾਸਤੇ ਤਿਆਗ ਦੀ ਸੀਮਾ ਇਹ ਹੈ। ਫਿਰ ਬੇਨਤੀ, ਦਾਨ ਦੀ ਸੀਮਾ, ਤਿਆਗ ਦੀ ਸੀਮਾ। ਉਹਨੇ ਕਿਹਾ ਜੀ ਤੀਜਾ ਤੇਰਾ ਸਵਾਲ ਪ੍ਰੇਮ ਦੀ, ਮੁਹੱਬਤ ਦੀ, ਤੇ ਅੱਗੋਂ ਉੱਤਰ ਦਿੱਤਾ। ਕਹਿੰਦਾ ਇਹਦਾ ਜੇ ਤਜਰਬਾ ਨਹੀਂ ਹੋਇਆ। ਮਨਸੂਰ ਕਹਿੰਦਾ ਹਾਂ, ਕੱਲ ਤੂੰ ਕਤਲਗਾਹ 'ਚ ਆ ਜਾਈਂ, ਜੇ ਮੈਂ ਉੱਤਰ ਦੇ ਸਕਿਆ ਤੇ ਇਹਦਾ ਉੱਤਰ ਦਿਆਂਗਾ। ਦਾਨ ਦੀ ਸੀਮਾ ਰੋਟੀ ਦਾ ਟੁਕੜਾ ਜੋ ਮੇਰੇ ਕੋਲ ਸੀ, ਤਿਆਗ ਦੀ ਸੀਮਾ ਮੈਂ ਸਰੀਰ ਵਿੱਚੋਂ ਨਿਕਲ ਸਕਣਾ, ਤੇ ਪ੍ਰੇਮ ਦੀ ਹੱਦ, ਪ੍ਰੇਮ ਦੀ ਸੀਮਾ ਕੀ? ਕਹਿੰਦਾ ਇਹਦਾ ਕੱਲ ਨੂੰ ਉੱਤਰ ਮਿਲ ਸਕਦਾ। ਉਹ ਸਵਾਲ ਕਰਨ ਵਾਲਾ ਨੇੜੇ ਹੋ ਕੇ ਗਿਆ। ਜਦੋਂ ਮਨਸੂਰ ਨੂੰ ਉਹਦੇ ਟੁਕੜੇ ਕਰਨ ਲੱਗੇ, ਕਹਿੰਦੇ ਮਨਸੂਰ ਦਾ ਇੱਕ ਟੁਕੜਾ ਸਵਾਲ ਕਰਨ ਵਾਲੇ ਦੇ ਪੈਰਾਂ 'ਚ ਡਿੱਗਾ, ਤੇ ਆਵਾਜ਼ ਆਈ ਅਨਲ ਹੱਕ, ਤੇ ਅੱਗੋਂ ਕੰਨਾਂ ਵਿੱਚ ਆਵਾਜ਼ ਆਈ, ਉਹ ਬੰਦਿਆ ਦਾਨ ਦੀ ਸੀਮਾ ਹੋ ਸਕਦੀ ਏ, ਤਿਆਗ ਦੀ ਹੋ ਸਕਦੀ ਏ, ਪਿਆਰ ਦੀ ਸੀਮਾ ਕੁਝ ਨਹੀਂ ਹੁੰਦੀ। ਕਿਉਂਕਿ ਜਿਹਨੂੰ ਪਿਆਰ ਕਰੀਏ ਮਰਨ ਤੋਂ ਬਾਅਦ ਟੁਕੜੇ ਵੀ ਉਹਦੇ ਗੀਤ ਗਾਉਂਦੇ ਹੁੰਦੇ ਆ। ਪਿਆਰ ਦੀ ਕੋਈ ਸੀਮਾ ਨਹੀਂ। ਇਸ ਟੁਕੜੇ ਨੂੰ ਪਿਆਰ ਵਾਲੇ ਪਾਸੇ ਲੈ ਕੇ ਤੁਰਿਓ। ਮੈਂ ਬੇਨਤੀ ਕਰਾਂਗਾ, ਚਲੋ ਥੋੜਾ ਜਿਹਾ ਮੈਂ ਇਤਿਹਾਸ ਤਾਂ ਰੱਖਿਆ, ਤੁਸੀਂ ਦਿਨ ਮਨਾ ਰਹੇ ਹੋ, ਮੈਂ ਸ਼ਬਦ ਚੋਂ ਨਿਕਲਿਆ ਮੈਨੂੰ ਪਤਾ ਹੈ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਜਿਹੜਾ ਸ਼ਬਦ ਹੈ ਅਗਲੇ ਸਾਲ ਵਾਹਿਗੁਰੂ ਤਰਸ ਕਰੇ, ਜ਼ਿੰਦਗੀ ਬਖਸ਼ੇ। ਬੈਠੇ ਨੇ ਸਾਰੇ ਵੀਰ ਮੇਰੇ ਪ੍ਰਬੰਧਕ, ਮੇਰਾ ਦਿਲ ਕਰਦਾ ਜਿਵੇਂ ਗੁਰੂ ਰਾਮਦਾਸ ਦੀ ਹਾਜ਼ਰੀ ਭਰਨੇ ਆ। ਸਾਰੇ ਸਿੰਘ ਕਹਿੰਦੇ ਰਹਿੰਦੇ ਆ, ਪਰ ਲਗਾਤਾਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਕਿਸੇ ਦੀ ਕਥਾ ਕੀਤੀ, ਤੇ ਜਦੋਂ ਸਤਿਗੁਰੂ ਦੇ ਦਿਨਾਂ 'ਚ ਸਤਿਗੁਰੂ ਨੂੰ ਆਵਾਜ਼ ਮਾਰਾਂਗੇ ਨਾ, ਤੇ ਗੁਰੂ ਗੋਬਿੰਦ ਸਿੰਘ ਇਦੋਂ ਵੱਡਾ ਪ੍ਰੂਫ ਕੀ ਹੈ ਜੀ। ਮੈਂ ਕੱਲ ਵੀ ਕਿਹਾ ਜੀ, ਅੱਜ ਬੈਠੇ ਸੀ ਵੀ ਫਲਾਣਾ ਮੁਸਲਮਾਨ ਗੁਰੂ ਤੇਗ ਬਹਾਦਰ ਬਾਰੇ ਆਹ ਲਿਖਦਾ, ਫਲਾਣਾ ਹਿੰਦੂ ਆਹ ਲਿਖਦਾ, ਫਲਾਣਾ ਅੰਗਰੇਜ਼ ਆਹ ਲਿਖਦਾ, ਗੁਰੂ ਤੇਗ ਬਹਾਦਰ ਇਹੋ ਜਿਹੇ ਸਨ। ਸਾਰੇ ਚੰਗੇ ਨੇ ਜਿਹੜੇ ਸਿਫਤ ਲਿਖਦੇ ਆ, ਇਦੋਂ ਵੱਡੀ ਕਿਹੜੀ ਲਿਖਦੇ? ਤੇਗ ਬਹਾਦਰ ਸੀ ਕਿਰਿਆ ਕਰੀ ਨਾ ਇਹਨੂੰ, ਇਦੋਂ ਵੱਡੀ ਕੀ ਲਿਖਤੇ? ਗੁਰੂ ਗੋਬਿੰਦ ਸਿੰਘ ਕਹਿੰਦੇ ਆ, ਜੋ ਮੇਰੇ ਬਾਪੂ ਨੇ ਕਰ ਦਿੱਤਾ ਕੋਈ ਵੀ ਨਹੀਂ ਅੱਜ ਤੱਕ ਕਰ ਸਕਿਆ। ਦੂਜੀ ਗੱਲ ਉਹਨਾਂ ਲਿਖ ਕੇ ਦਿੱਤੀ, ਇਹ ਗੱਲ ਮੈਂ ਰਾਤੀ ਵੀ ਕਹੀ ਸੀ, ਗੁਰਮੁਖੋ ਜਿਸ ਗੁਰੂ ਨੂੰ ਆਪ ਜੀ ਅੱਜ ਇੱਥੇ ਬੈਠੇ ਹੋ, ਗੁਰੂ ਤੇਗ ਬਹਾਦਰ ਸਾਹਿਬ ਨੂੰ, ਹਰ ਗੁਰੂ ਸਾਹਿਬ ਨੂੰ ਯਾਦ ਕਰਨ ਦਾ ਵੱਖਰਾ ਜਿਹਾ ਰਸ ਹੈ। ਕਈ ਵਾਰੀ ਅਸੀਂ ਲੋਕ ਭਰਮ ਜਿਹੇ 'ਚ ਪੈ ਜਾਂਦੇ ਹਾਂ। ਇੱਕ ਪਾਸੇ ਬਾਣੀ ਕਹਿੰਦੀ ਜਪ ਮਨ ਸਤਨਾਮ ਸਦਾ ਸਤਨਾਮ, ਦੂਜੇ ਪਾਸੇ ਬਾਣੀ ਕਰੀਏ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇੱਕ ਪਾਸੇ ਬਾਣੀ ਕਹਿ ਰਹੀ ਹੈ ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ। ਇਸ ਚੀਜ਼ ਨੂੰ ਭਾਵਨਾ ਸਹਿਤ ਲਈ ਗੁਰੂ ਤੇਗ ਬਹਾਦਰ ਬਾਰੇ ਗੁਰੂ ਗੋਬਿੰਦ ਸਿੰਘ ਲਿਖ ਗਏ। ਰੋਜ਼ ਬੋਲਦੇ ਹੋ, ਕਹਿੰਦੇ ਨੇ ਵਿਸ਼ਵਾਸ ਕਰਕੇ ਕੰਮ ਵਿੱਚ, ਸਫ਼ਰ ਵਿੱਚ, ਦੁੱਖ ਵਿੱਚ, ਸੁੱਖ ਵਿੱਚ ਭਾਵਨਾ ਸਹਿਤ ਮੇਰੇ ਪਿਤਾ ਨੂੰ ਚੇਤੇ ਕਰਿਓ, ਤੁਹਾਡੀ ਪੱਤ ਵੀ ਢੱਕੇਗਾ ਤੇ ਤੁਹਾਡੇ ਘਰ ਬਰਕਤ ਵੀ ਪਾਏਗਾ। ਤੇਗ ਬਹਾਦਰ ਸਿਮਰਿਆ ਕਰ ਨੌ ਨਿਤ ਆਵੈ ਤਾਹੇ, ਅਗਲਾ ਬਚਨ ਸਭ ਥਾਈ। ਇਹ ਵਿਆਖਿਆ ਸੋ ਸਤਿਗੁਰ ਪਿਆਰਾ ਮੇਰੇ ਨਾਲ ਕਹਿ, ਜਿੱਥੈ ਕਿੱਥੈ ਮੈਨੂੰ ਲੈ ਛਡਾਈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਅੱਜ ਸਾਨੂੰ ਸਮੱਤ ਦੇ ਰਹੇ ਆ ਕਿ ਮਹਾਰਾਜ ਕਹਿੰਦੇ ਆ ਮਨ
तेरी हालत की होगी। मैं अच्छा, रे मन कौन गत होए है तेरी, की हालत होगी। हाँ, यदी हालत बारे महाराज ने क्या, रोज पढ़ दियो पौड़ी, आपी ने भोग भोग कै कोई भसमड़ भौर सदाया, बड़ा होवा दुनीदार गल संगल कत चलाया। याद रखियो, रे मन कौन गत होए है तेरी, गल संगल कत चलाया, अगे करनी कीरत बाचिया, बै लेखा कर समझाया। तेरी हालत की होनी है, थाओ ना हो भी पौंदी हुण सुनिए क्या रवाया। अगे की है, मन अंध है जन्म गवाया, रे मन कौन गत होए है तेरी। ते कर की रिया है कि तू परमात्मा नू याद नहीं किया। ये जग में राम नाम सो तो नहीं सुनियो कान, तू कन्ना विच लोक सुने, गीत सुने, संगीत सुने, चंगा मंदा सुनिया, जो कुछ सुनिया तेरे नाल किसे नहीं जाना। जिस नाम ने नाल जाना सी उते कन्ना नाल सुनिया ही। वेखो गुरमुखो, आप जी आए हो तो मैं कला इत्थे नहीं, मैं हर थां ते कहना कि जिन्हें सीसगंज जाना है वो एक जपजी साहिब दा पाठ जरूर करके आवे, क्योंकि इत्थे ब्रह्मंड गूंजिया सी गुरु तेग बहादुर दे जपजी पढ़न दे नाल। वो तरंगा मरियां थोड़ा ने, वो अज भी ने। तुसी गुरमुखो तजर्बा करियो, रात नूं कदी तुसी तो सारे सेवा करन लई बैठे हो, उस खोई कोल नेत्र बंद करके बैठे हो। मैं ये नहीं कहता भी तुसी किसी चित्र की पूजा फुरने च लिया के रखो भी महाराज इशनान करके बाहर निकल लगे आ, मैं चरण परस के जपजी पढ़न लगा, वेखो इको दा मन टिक जाए, मन च बरकत वरतेगी। गुरु तेग बहादुर साहब कहते तू कुछ नहीं करन जोगा ना, दो गल्लां मेरियां मन लै, तेरी गत तो बच जाएगा, जमदूत तो बच जा। महाराज केड़ी, कहते एक सवेरे उठ के वाहिगुरू बोलिया कर, लय च बोल, ते दूजा कन्ना नाल सुनिया कर। महाराज की कहते लिख के दे देना सिखा, तू कदी जमा दे घर नहीं जाएगा। जेवा गुण गोबिंद भजो, आ नहीं तू सुनिया, बहुत कुछ सुनिया। महाराज कहते सो तो नहीं सुनियो कान, जेवा गुण गोबिंद भजो, करन सुनो हर नाम, कहो नानक सुन रे मना परै ना। एडी वड्डी गल, तू जमा दे घर कदी नहीं जाएगा। बस इन्ने ही बचन मान लीए भी मुख तो प्रभु जपना है ते कन्ना नाल कीर्तन सुनना है। सानू कोई पता नहीं केड़ा जमदूत, साडा जिम्मेवार तां गुरु तेग बहादुर है। काम निबड़ गया, साडा खैड़ा छुट गया। देखो भाई साहब, जो शब्द पढ़ने ना, ये पाठ करते हैं ना, मन डरदा तो बड़ा भी, इन्नी उम्र लंघ गई, पता नहीं किन्ने कुछ झूठ बोले गए होणगे स्टेज ते, की कुछ होएगा। फिर एक गल आउंदी है, प्रभ जीओ असमाना कर प्यारे, बुरे भले हम था। मैं माड़ा हां पर खसम तां तू है ना। जे मान लो एक पशु गलती करके किसी च पै रहा है ते दूजा नूं सजा देन लगदा है, खसम अपने खसम पुणे दी लाज रख के उन्होंने बचांदा जरूर। असी गलत पर तू तो साडा खसम है ना। महाराज सच्चे पातशाह जी खीर ते बचन कर रहे आ कि मानस को जन्म लीन, मनुखा जन्म ले लिया, सिमरन न निमक कीन, अख झमकन जिन्ना समा भी नहीं तू सिमरन कीता की। मन रे कौन कुमातै लीनी, पर दारा निंदिया रस रचियो, राम भगत ने कीनी, मुक्त पंथ जानियो तै नाहिन, धन धारन जोरन को धाया, अंत संग काहू नहीं दीना, बिरथा आ पंजाया, ना हर भजो ना गुरजन सेव्यो, न उपजो कछ ज्ञाना, घाटगी माए निरंजन तेरे, तैं खोजत उद्याना, बहुत जन्म भरमत तैं हारियो। वो मना की करदा रहे, बहुत जन्म भरमत तैं हारियो, अस्थिर मत नहीं पाई, मानस दे पाए पद हर भज, नानक बात बताई। महाराज कहते मानस को जन्म लीन, सिमरन ना निमख कीन, दारा सुख, दारा दर थे इस्तरी, सुख दर ते दुनिया दे सुख, भयो दीन। इत्थे थोड़ा जिहा अर्थ ना वखरा होना जे। एक दीन दा अर्थ हुंदा मजलूम, एक दीन दा अर्थ हुंदा धर्म। कमाल करती इत्थे उचारण इको अर्थ बदल गया। जब तुसी पाठ करदे हो, सूरा सो पहचानिए जो लरै दीन के, धर्म लई हम सर दीन, उथे दीनदार ते गरीब आजिज जिहड़ा कमजोर है। एक पाठ असी होर करने, दीन गवाया दुनीशों,
ਉੱਥੇ ਅਰਥ ਹੋਰ ਬਦਲ ਗਏ ਵੀ ਆ ਧਰਮ ਨੂੰ। ਇੱਥੇ ਦੀਨ ਦੇ ਅਰਥ ਹੀ ਹੋਰ ਨੇ। ਦਾਰਾ ਸੁਖ ਭਇਓ ਦੀਨ, ਦੀਨ ਦਾ ਅਰਥ ਹੈ ਅਧੀਨ, ਗ੍ਰਿਫਤ ਵਿੱਚ ਆ ਜਾਣਾ। ਮਹਾਰਾਜ ਕਹਿੰਦੇ ਨੇ ਤੂੰ ਕਾਹਦੇ ਲਈ ਜੰਮਿਆ ਉਹ ਬੰਦਿਆ, ਇਸਤਰੀ ਨੇ ਤੇ ਦੁਨੀਆ ਦੇ ਸੁੱਖ ਨੇ ਤੈਨੂੰ ਗੁਲਾਮ ਬਣਾ ਕੇ ਨਚਾਇਆ, ਤੂੰ ਰੱਬ ਨੂੰ ਕਿੱਥੇ ਪਾਣਾ ਹੈ। ਦਾਰਾ ਸੁਖ ਭਇਓ ਦੀਨ, ਪੱਗੋਂ ਪਰੀ ਬੇਰੀ, ਤੇਰੇ ਪੈਰਾਂ 'ਚ ਬੇੜੀਆਂ ਪੈ ਗਈਆਂ, ਤੋੜ ਇਹਨਾਂ ਨੂੰ। ਅਖੀਰ ਤੇ ਮਹਾਰਾਜ ਕਹਿੰਦੇ ਨੇ ਨਾਨਕ ਜਨ ਕਹੇ ਪੁਕਾਰ। ਬੜੀ ਵੱਡੀ ਗੱਲ, ਮੈਂ ਤੈਨੂੰ ਰੌਲਾ ਪਾਣਾ, ਦੁਹਾਈ ਦੇਣਾ, ਪੁਕਾਰ ਕੇ ਕਹਿਣਾ, ਸੁਪਨੇ ਜੋ ਜਗ ਪਸਾਰ, ਇਹ ਪਸਾਰ ਸੁਪਨੇ ਦੀ ਤਰ੍ਹਾਂ ਹੈ। ਸਿਮਰਤ ਨੇ ਕਿਉਂ ਮੁਰਾਰ, ਕਿਉਂ ਮੁਰਾਰ ਨੂੰ ਸਿਮਰਦਾ ਨਹੀਂ। ਮਾਇਆ ਜਾਕੀ ਚੇਰੀ, ਜੇ ਤੂੰ ਮਾਇਆ ਪਿੱਛੇ ਭਜਣਾ, ਮਾਇਆ ਦੇ ਖਸਮ ਨੂੰ ਚੇਤੇ ਕਰ, ਮਾਇਆ ਤੇਰੇ ਪਿੱਛੇ ਭੱਜੇਗੀ। ਦੇਖੋ ਇਹ ਸ਼ਬਦ ਹੈ ਮਾਇਆ ਜਾ, ਇਹਦਾ ਪਾਠ ਜਾਂ ਨਹੀਂ ਕਰਨਾ ਬਿੰਦੀ ਲਾ ਕੇ, ਬੜੇ ਅਨਰਥ ਹੋ ਜਾਣੇ। ਜੇ ਬਿੰਦੀ ਲਾ ਕੇ ਪਾਠ ਕੀਤਾ ਜਾਂ, ਇਹਦਾ ਅਰਥ ਹੋਗਾ ਜਾਂ ਆ, ਜਾਂ ਆ। ਇੱਥੇ ਜਾਂ ਦਾ ਅਰਥ ਜਿਸ। ਮਾਇਆ ਜਾਕੀ ਚੇਰੀ, ਇਹ ਮਾਇਆ ਜਿਸ ਦੀ ਚੇਲੀ ਹੈ, ਇਹ ਮਾਇਆ ਜਿਸ ਦੀ ਦਾਸੀ ਹੈ, ਉਸ ਪਰਮਾਤਮਾ ਨੂੰ ਤੂੰ ਚੇਤੇ ਕਰ। ਮੈਂ ਸਮੁੱਚੇ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦੀ ਹਾਂ। ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ, ਗੁਰਮੁਖੋ 4 ਸ਼ਬਦ ਆਪਾਂ ਕੀਤੇ ਨੇ ਨਾ, ਤੇ ਮਿੰਟ ਸਾਰੇ 5 ਲੱਗਣੇ ਕਰਨੇ ਜੇ ਬੋਲ ਕੇ ਪਾਠ ਕਰਦੇ ਆ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਪਰਨ ਨਹੀਂ ਮੈਂ ਕਹਾਂਗਾ, ਕਿਉਂਕਿ ਪਰਨ ਵਿੱਚ ਵੀ ਕਈ ਵਾਰੀ ਖੌਮੇ ਥੱਲੇ ਨੂੰ ਸੱਟ ਦਿੰਦੀ ਹੈ। ਇਹ ਸਮਝੋ ਵੀ ਆਪਾਂ ਇਹ 4 ਸ਼ਬਦਾਂ ਦਾ ਪਾਠ ਰੋਜ਼ ਨਿਤਨੇਮ ਦੇ ਨਾਲ ਕਰਨੀ। ਅਗਲੇ ਸਾਲ ਤੱਕ ਮਹਾਰਾਜ ਨੂੰ ਇਹ ਸੰਥਿਆ ਸੁਣਾਵਾਂਗੇ, ਮਹਾਰਾਜ ਤੁਹਾਡਾ ਸਬਕ ਅਸੀਂ ਪਾਲਿਆ, 4 ਕੀਤੇ। ਅਗਲੇ ਸਾਲ ਫਿਰ ਹੋਰ ਬਾਣੀ ਦਾ ਅਭਿਆਸ ਕਰਾਂਗੇ। ਅਖੀਰ ਵਾਲਾ ਸ਼ਬਦ ਹੈ ਜੀ, ਇਹ ਕੱਲ ਨੂੰ ਆਪਾਂ ਵਿਚਾਰਾਂਗੇ। ਮੈਂ ਆਪਣੇ ਭਾਈ ਅਮਰਜੀਤ ਸਿੰਘ ਜੀ, ਪਿੰਕੀ ਵੀਰ ਜੀ, ਮੇਰੇ ਵੀਰ ਬੈਠੇ ਆ ਸਾਹਮਣੇ, ਸਾਰੇ ਪ੍ਰਬੰਧਕ, ਤੁਹਾਡਾ ਬਹੁਤ ਧੰਨਵਾਦੀ ਹਾਂ ਜੀ। ਤੇ ਮੇਰੇ ਇਹ ਬਹੁਤ ਪਿਆਰੇ ਵੀ ਭਾਈ ਸਰਬਜੀਤ ਸਿੰਘ ਜੀ, ਇਹ ਗੁਣਾਂ ਦੀ ਵਾਂਸਲ ਹੈ ਜੀ, ਉਥਲੀ ਗੁਣਾਂ ਦੀ। ਇਹ ਤਬਲਾ ਵਜਵਾ ਲਓ, ਤੰਤੀ ਸਾਜ਼ ਵਜਾ ਲਓ, ਤੇ ਪੜ੍ਹਦੇ ਬਹੁਤ ਆ ਭਾਈ ਸਾਹਿਬ ਹੋਣੀ। ਸਾਨੂੰ ਤੇ ਅੰਗਰੇਜ਼ੀ ਆਉਂਦੀ ਕੋਈ ਨਹੀਂ, ਤੇ ਬਸ ਪੜ੍ਹਦੇ ਵੀ ਅੰਗਰੇਜ਼ੀ ਵਿੱਚ ਨੇ ਉੱਥੇ। ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ, ਤੁਸੀਂ ਟਾਈਮ ਦਿੱਤਾ। ਸਵੇਰੇ ਆਓ ਜੀ, ਤੇ ਜਿਨ੍ਹਾਂ ਕੋਲ ਟਾਈਮ ਹੈ ਸਲੋਕ ਪੜ੍ਹ ਕੇ ਆਇਓ ਮਹਾਰਾਜ ਦੇ ਸਵੇਰੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਲਈ ਕੀ ਭੇਟਾ ਲੈ ਕੇ ਆਵਾਂਗੇ? ਮਹਾਰਾਜ ਦੀ ਭੇਟਾ ਹਜ਼ੂਰ ਦੀ ਬਾਣੀ ਹੈ। ਔਰੰਗਜ਼ੇਬ ਕਹਿੰਦਾ ਸੀ ਮੈਂ ਗੁਰੂ ਤੇਗ ਬਹਾਦਰ ਦੀ ਆਵਾਜ਼ ਬੰਦ ਕਰਨੀ ਹੈ। ਤੁਸੀਂ ਸਾਰੇ ਸਿੱਖ ਗੁਰੂ ਤੇਗ ਬਹਾਦਰ ਦੀ ਆਵਾਜ਼ ਬੋਲੋ, ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੱਛਾ ਲੱਗੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।